ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ 768 ਦੇਖ ਰਹੇ ਸਭ ਦਰਸ਼ਕ ਹਾਜ਼ਰੀਨ ਤੇ ਨਾਜ਼ਰੀਨ, ਵੈਲਕਮ, ਸਵਾਗਤਮ, ਖੁਸ਼ ਆਮਦੀਦ। ਜੀਆਂ ਨੂੰ ਸਦਕਿਆਂ ਨੂੰ ਮਹਿਵਾਰੀ ਮੈਂ ਬਲਿਹਾਰ। ਸਾਲ 2022 ਮਈ ਮਹੀਨੇ ਦੀ 13 ਤਰੀਕ ਤੇ ਦੇਸੀ ਮਹੀਨਾ ਵੈਸਾਖ ਅੱਜ ਸੁੱਖ ਨਾਲ 30 ਦਿਨ ਚਲਾ ਗਿਆ। ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਲੈ ਕੇ ਹਾਜ਼ਰ ਤੁਹਾਡਾ ਪ੍ਰੈਜ਼ੈਂਟਰ ਦੋਸਤ ਮਾਸਟਰ ਬਰਿੰਦਰ ਸਿੰਘ ਜ਼ਖਮੀ। ਗੁਰੂਆਂ ਪੀਰਾਂ ਦੀ ਇਹ ਧਰਤੀ ਜਿੱਥੇ ਫੁੱਲ ਵੰਡਦੇ ਖੁਸ਼ਬੂਆਂ, ਮੁਨੀ ਭਗਤ ਵੀ ਬਹੁਤ ਪਿਆਰੇ ਮੈਂ ਸੁਣੀਆਂ ਸ਼ੁਭ ਕਨਸੋਆਂ। ਯੋਧੇ ਵੀਰ ਬਹਾਦਰ ਸੂਰਮੇ ਚਰਨ ਕਮਲ ਚੁੰਮਾ ਤੇ ਛੋਵਾਂ, ਜ਼ਖਮੀ ਜੈ ਮਨਮੋਹਣੇ ਸ਼ਾਇਰ ਸੁਣ ਸੁਣ ਜੀਵਾਂ ਖੁਸ਼ ਹੋਵਾਂ। ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਰਣੀय ਨਮਸਕਾਰ, ਸਲਾਮ ਆਦਾਬ ਐਂਡ ਅ ਵੈਰੀ ਗੁੱਡ ਫਰਾਈਡੇ ਮਾਰਨਿੰਗ ਟੂ ਐਵਰੀਵਨ ਆਫ ਯੂ। ਸਤਲੁਜ, ਬਿਆਸ, ਰਾਵੀ, ਚਨਾਹ ਤੇ ਜਿਹਲਮ ਦੇ ਵਸਨੀਕ, ਬਹਾਦਰ ਯੋਧੇ, ਸੰਤ ਸਿਪਾਹੀ ਤੇ ਭਜਨੀਕ, ਕੁੱਲ ਆਲਮ ਦੇ ਪੰਜਾਬੀਆਂ ਨੂੰ ਇੱਕ ਵਾਰੀ ਫੇਰ ਸਿੱਖ ਚੈਨਲ ਤੇ ਜੀਆਂ ਕਹਿੰਦਿਆਂ ਮੈਨੂੰ ਬੇਹੱਦ ਖੁਸ਼ੀ ਅਤੇ ਪ੍ਰਸੰਨਤਾ ਦਾ ਅਹਿਸਾਸ ਹੋ ਰਿਹਾ ਜੀ। ਆਓ ਫਿਰ ਆਪਣਾ ਪਰਿਵਾਰਿਕ ਪ੍ਰੋਗਰਾਮ ਵੌਇਸ ਆਫ ਯਾਰਕਸ਼ਾਇਰ ਸ਼ੁਰੂ ਕਰੀਏ। ਮੇਰੇ ਸੰਗੀ ਬੀਬੀ ਸੁਰਿੰਦਰ ਕੌਰ ਜੀ ਗਿੱਲ ਅਤੇ ਸਾਥੀ ਟੈਕਨੀਕਲ ਟੀਮ ਵੱਲੋਂ ਸ਼੍ਰੀ ਕੁਮਾਰ ਕਾਰਤਿਕ ਸਾਹਿਬ ਫਤਿਹ ਦੀ ਸਾਂਝ ਨਾਲ ਸਾਰੇ ਪ੍ਰੋਗਰਾਮ ਸ਼ੁਰੂ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਆਓ ਅੱਜ ਦਾ ਪਰਿਵਾਰਿਕ ਪ੍ਰੋਗਰਾਮ ਸ਼ੁਰੂ ਕਰ ਰਹੇ ਆਪਾਂ। ਅੱਜ ਦਾ ਮਜ਼ਮੂਨ, ਅੱਜ ਦਾ ਵਿਸ਼ਾ, ਅੱਜ ਦਾ ਸਬਜੈਕਟ ਹੈ ਸਿੱਖ ਕੌਮ ਦੇ ਦੂਜੇ ਪਾਤਸ਼ਾਹ, ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਨੂੰ ਮਾਂਝ ਸਵਾਰ ਕੇ ਹਰਮਨ ਪਿਆਰੀ ਬਣਾਉਣ ਵਾਲੇ, ਹੁਮਾਯੂੰ ਵਰਗੇ ਮੁਗਲ ਬਾਦਸ਼ਾਹਾਂ ਨੂੰ ਮੂੰਹ ਤੇ ਸੱਚੀ ਗੱਲ ਸੁਣਾਉਣ ਵਾਲੇ, ਭਾਰਤੀ ਨੌਜਵਾਨਾਂ ਨੂੰ ਜਿਸਮਾਨੀ ਤੌਰ ਤੇ ਸਿਹਤਮੰਦ ਅਤੇ ਪਹਿਲਵਾਨ ਬਣਾਉਣ ਵਾਲੇ, ਬਾਦਸ਼ਾਹੀ ਤਬੀਅਤ ਦੇ ਮਾਲਕ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ 518ਵਾਂ ਪਾਵਨ ਪ੍ਰਕਾਸ਼ ਦਿਹਾੜਾ, ਪ੍ਰਕਾਸ਼ ਗੁਰਪੁਰਬ, ਜਨਮ ਉਤਸਵ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸਿੱਖ ਚੈਨਲ ਦੀ ਸ਼ਾਨਦਾਰ ਟੀਮ ਇੰਗਲੈਂਡ ਤੋਂ ਇਲਾਵਾ ਇਟਲੀ, ਕੈਨੇਡਾ ਅਤੇ ਹੋਰ ਵੱਖ-ਵੱਖ ਮੁਲਕਾਂ ਤੋਂ ਬੇਅੰਤ ਗੁਣਾਂ ਦੇ ਮਾਲਿਕ, ਲਾਸਾਨੀ ਸ਼ਖਸੀਅਤ ਦੇ ਮਾਲਿਕ, ਬਹੁਤ ਹੀ ਵਧੀਆ ਸੇਵਾਦਾਰ, ਸਤਿਗੁਰਾਂ ਦੇ ਬਾਰੇ ਵਿੱਚ ਵੱਖ-ਵੱਖ ਪ੍ਰੋਗਰਾਮ ਇਹ ਸ਼ਾਨਦਾਰ ਟੀਮ ਦਿਖਾ ਰਹੀ ਹੈ, ਜਿਸ ਨੂੰ ਦੇਖ ਕੇ ਜਿਸ ਦਾ ਡਗਾ ਸਾਡੇ ਦਿਲ ਦੇ ਨਗਾਰੇ ਤੇ ਲੱਗਾ ਤੇ ਸਾਨੂੰ ਵੀ ਪ੍ਰੇਰਨਾ ਹੋਈ ਕਿ ਅਸੀਂ ਵੀ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਿਆ ਮਹਾਨ ਕਰਨੀਆਂ, ਮਹਾਨ ਕਾਰਨਾਮੇ, ਜੋ ਕੁਛ ਉਹਨਾਂ ਨੇ ਸਾਡੇ ਭਾਰਤੀ ਸਮਾਜ ਵਾਸਤੇ ਕੀਤਾ, ਉਸ ਨੂੰ ਅਸੀਂ ਉਜਾਗਰ ਕਰੀਏ, ਉਸ ਨੂੰ ਅਸੀਂ ਇੱਕ ਵਾਰੀ ਫਿਰ ਹਾਈਲਾਈਟ ਕਰੀਏ। ਪ੍ਰੋਗਰਾਮ ਇੰਟਰਸਟਿੰਗ ਹੋਣਾ ਚਾਹੀਦਾ ਹੈ, ਪ੍ਰੋਗਰਾਮ ਇਨਫੋਰਮੇਟਿਵ ਹੋਣਾ ਚਾਹੀਦਾ ਹੈ। ਇਹ ਸਾਡਾ ਨਿਸ਼ਾਨਾ ਹੈ, ਇਹ ਸਾਡਾ ਟਾਰਗੇਟ ਹੈ। ਗੁਰੂ ਅੰਗਦ ਪਹਿਲਾ ਸੀ ਲੈਣਾ, ਦੂਰ ਅੰਦੇਸ਼ ਤੇ ਸੁਗੜ ਸੁਜਾਨ, ਗੁਰੂ ਨਾਨਕ ਜੀ ਦੀ ਸੰਗਤ ਕੀਤੀ, ਰੱਖੇ ਚਰਨਾਂ ਵਿੱਚ ਧਿਆਨ, ਦਰਸ਼ਨ ਕਰ ਮਨ ਸ਼ਾਂਤ ਹੋ ਗਿਆ, ਹੱਕ ਸੱਚ ਦੀ ਲੱਭੀ ਖਾਨ, ਗੁਰਮੁਖੀ ਲਿਪੀ ਪ੍ਰਚਾਰੀ ਜ਼ਖਮੀ, ਸਿੱਖਾਂ ਉੱਤੇ ਕੀਤਾ ਅਹਿਸਾਨ। ਇਹ ਗੁਰੂ ਅਰਜਨ ਦੇਵ ਜੀ, ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਸਨ, ਜਿਨ੍ਹਾਂ ਨੇ ਅੱਜ ਵਾਲੀ ਗੁਰਮੁਖੀ ਲਿਪੀ ਨੂੰ ਮਾਂਝ ਸਵਾਰ ਕੇ ਸਾਡੇ ਤੱਕ ਪਹੁੰਚਾਇਆ ਔਰ ਇਹੋ ਜਿਹਾ ਪਰਿਵਰਤਨ ਆਇਆ, ਇਹੋ ਜਿਹੀ ਤਬਦੀਲੀ ਆਈ ਕਿ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਮੁਖੀ ਲਿਪੀ ਵਿੱਚ ਦੇਖ ਸਕਦੇ ਹਾਂ, ਜੋ ਅੱਜ ਸਾਰੀ ਦੁਨੀਆ ਦੇ ਵਿੱਚ ਨਿਸ਼ਾਨ ਸਾਹਿਬ ਝੁੱਲ ਰਹੇ ਹਨ। ਬੇਅੰਤ ਮੁਲਕਾਂ ਦੇ ਵਿੱਚ ਸਿੱਖ ਚੈਨਲ ਸਾਨੂੰ ਵੱਖਰੇ ਵੱਖਰੇ ਸੋਹਣੇ ਤੇ ਮਨਮੋਹਣੇ ਪ੍ਰੋਗਰਾਮ, ਵੰਨ-ਸੁਵੰਨੇ ਪ੍ਰੋਗਰਾਮ ਦਿਖਾਉਂਦਾ ਹੈ। ਰੂਹ ਰਾਜ਼ੀ ਹੋ ਜਾਂਦੀ ਹੈ ਔਰ ਦਿਲ ਵਿੱਚੋਂ ਇਹ ਦੁਆ ਨਿਕਲਦੀ ਹੈ, ਇਹ ਅਰਦਾਸ ਨਿਕਲਦੀ ਹੈ
ਇਹ ਸੱਚੇ ਪਾਤਸ਼ਾਹ ਇਹ ਸਿੱਖ ਚੈਨਲ ਜੋ ਹੁਣ ਆਪਣੀ 13ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਇਸੇ ਤਰ੍ਹਾਂ ਸਦੀਆਂ ਤੱਕ ਮਨਾਉਂਦਾ ਰਹੇ ਔਰ ਇਸ ਦੇ ਨਾਲ ਸੇਵਾ ਕਰਨ ਵਾਲੇ ਜਿਹੜੇ ਸੱਜਣ ਹਨ, ਚਾਹੇ ਉਹ ਸਾਡੇ ਬਲ ਸਾਹਿਬ ਹਨ ਤੇ ਚਾਹੇ ਬਾਕੀ ਸਾਰੀ ਟੈਕਨੀਕਲ ਟੀਮ, ਪਰਮਾਤਮਾ ਸਤਿਗੁਰੂ ਉਹਨਾਂ ਨੂੰ ਦੇਹ ਰੋਗਤਾ ਬਖਸ਼ੇ, ਸਿਹਤਯਾਬੀਆਂ ਬਖਸ਼ੇ ਔਰ ਅਸੀਂ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗ ਰਹੀਏ ਔਰ ਸਾਡੇ ਦਰਸ਼ਕ ਇਸ ਚੀਜ਼ ਦਾ ਆਨੰਦ ਮਾਣਨ। ਆਓ ਜੀ ਫਿਰ ਵਧਾਈਆਂ ਸਾਂਝੀਆਂ ਕਰੀਏ। ਸਿੱਖ ਚੈਨਲ ਦੇ ਕਰਤਾ ਧਰਤਾ ਪੂਰੇ 13 ਸਾਲ ਤੋਂ ਅਣਥੱਕ ਸੇਵਾਦਾਰ ਸਰਦਾਰ ਦਵਿੰਦਰ ਸਿੰਘ ਦੀ ਬਲ ਤੇ ਕਾਮਯਾਬ ਟੀਮ ਵੱਲੋਂ ਸਾਰੀ ਦੁਨੀਆ ਵਿੱਚ ਵਸਦੇ ਗੁਰਸਿੱਖਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ 518ਵੇਂ ਜਨਮ ਦਿਹਾੜੇ ਦੀਆਂ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅਤੇ ਕਰੋੜ ਕਰੋੜ ਮੁਬਾਰਕਾਂ। ਹਜ਼ੂਰ ਦਾ ਪਾਵਨ ਪ੍ਰਕਾਸ਼ ਸਨਮਾਨਿਆਵਰ ਪਿਤਾ ਜੀ ਭਾਈ ਫੇਰੂਮਲ ਜੀ ਦੇ ਘਰ ਬੀਬੀ ਦਇਆ ਕੌਰ ਜੀ ਦੀ ਕੁੱਖੋਂ ਪਿੰਡ ਮੱਤੇ ਦੀ ਸਰਾਏ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਇੰਡੀਆ ਵਿੱਚ 31 ਮਾਰਚ 1504 ਈਸਵੀ ਨੂੰ ਹੋਇਆ। ਇਹਨਾਂ ਦਾ ਪਹਿਲਾ ਨਾਂ ਭਾਈ ਲਹਿਣਾ ਸੀ। ਇਹ ਵੀ ਯੂਨੀਵਰਸਲ ਟਰੂਥ ਹੈ, ਸੱਚਾਈ ਹੈ ਕਿ ਚੰਗੇ ਪੁੱਤ ਆਪਣੇ ਮਾਪਿਆਂ ਨੂੰ ਹਰ ਸਾਲ ਯਾਦ ਕਰਦੇ ਹਨ, ਬਲਕਿ ਹਰ ਦਿਨ ਯਾਦ ਕਰਦੇ ਹਨ, ਬਲਕਿ ਹਰ ਪਲ ਯਾਦ ਕਰਦੇ ਹਨ, ਉਹਨਾਂ ਨੂੰ ਕਦੇ ਵੀ ਭੁਲਾਉਂਦੇ ਨਹੀਂ। ਇਸੇ ਵਾਸਤੇ ਹਜ਼ੂਰ ਨੇ ਕਿਹਾ ਹੋਏਗਾ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸੋ ਆਓ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਵਿਸ਼ੇਸ਼ ਕਾਰਨਾਮਿਆਂ ਤੇ ਕਾਮਯਾਬੀਆਂ ਭਰੇ ਜੀਵਨ ਤੇ ਆਪਾਂ ਇੱਕ ਪੰਛੀ ਝਾਤ ਮਾਰੀਏ। 15 ਸਾਲ ਦੀ ਉਮਰ ਵਿੱਚ ਸਨ 1519 ਈਸਵੀ ਵਿੱਚ ਸ਼੍ਰੀ ਦੇਵੀ ਚੰਦ ਜੀ ਦੀ ਸੁਪੁੱਤਰੀ ਸ਼੍ਰੀਮਤੀ ਖੀਵੀ ਜੀ ਨਾਲ ਸ਼੍ਰੀ ਅੰਗਦ ਜੀ ਦਾ ਸ਼ੁਭ ਵਿਆਹ ਪਿੰਡ ਸੰਗਰ ਨੇੜੇ ਖਡੂਰ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ। ਇਹਨਾਂ ਦੇ ਘਰ 2 ਪੁੱਤਰਾਂ ਨੇ ਅਤੇ 2 ਬੇਟੀਆਂ ਨੇ ਜਨਮ ਲਿਆ, ਭਾਈ ਦਾਸੂ ਜੀ ਤੇ ਭਾਈ ਦਾਤੂ ਜੀ, ਅਤੇ ਬੇਟੀਆਂ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ। ਇਹ ਬੜੀ ਵਧੀਆ ਗੱਲ ਲੱਗਦੀ ਹੈ, ਦਿਲਚਸਪ ਗੱਲ ਲੱਗਦੀ ਹੈ ਕਿ ਲਹਿਣਾ ਜੀ ਪਹਿਲਾਂ ਵੈਸ਼ਨੋ ਦੇਵੀ ਦੇ ਭਗਤ ਸਨ ਤੇ ਦੇਵੀ ਭਗਤਾਂ ਦੀ ਜਮਾਤ ਦੇ ਸਰਦਾਰ ਬਣ ਕੇ ਹਰ ਸਾਲ ਝੰਡਾ ਲੈ ਕੇ ਪਹਾੜਾਂ ਤੇ ਜਾਇਆ ਕਰਦੇ ਸਨ। ਅਚਾਨਕ ਇੱਕ ਦਿਨ ਲਹਿਣੇ ਦੀ ਗਰੋਸਰੀ ਸ਼ਾਪ ਤੇ ਭਾਈ ਜੋਧ ਰਾਸ਼ਨ ਲੈਣ ਵਾਸਤੇ ਆਇਆ ਤਾਂ ਗੱਲਾਂ ਵਿੱਚ ਭਾਈ ਜੋਧ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਗੱਲ ਕੀਤੀ। ਭਾਈ ਲਹਿਣੇ ਨੂੰ ਦੱਸਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੀਦਾਰ ਕਰਕੇ ਕਰਤਾਰਪੁਰ ਸਾਹਿਬ ਤੋਂ ਇਕੱਲੇ ਹੀ ਆਇਆ। ਭਾਈ ਜੋਧ ਨੇ ਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਦਿਲਚਸਪ ਸੱਚੀਆਂ ਤੇ ਸੁੱਚੀਆਂ ਇਹੋ ਜਿਹੀਆਂ ਗੱਲਾਂ ਲਹਿਣੇ ਨੂੰ ਦੱਸੀਆਂ ਕਿ ਉਹਦੇ ਦਿਲ ਵਿੱਚ ਸੰਕਲਪ ਹੋਇਆ, ਫੁਰਨਾ ਫੁਰਿਆ, ਇਉਂ ਕਹਿ ਲਈਏ ਕਿ ਉਬਾਲਾ ਜਿਹਾ ਆਇਆ ਕਿ ਚਲੋ ਇਸ ਵਾਰ ਜਦੋਂ ਦੇਵੀ ਦੇ ਦਰਸ਼ਨਾਂ ਨੂੰ ਪਹਾੜਾਂ ਤੇ ਜਾਵਾਂਗਾ ਆਪਣੇ ਸੰਗ ਦੇ ਨਾਲ ਤਾਂ ਰਸਤੇ ਵਿੱਚ ਹੀ ਇਹ ਕਰਤਾਰਪੁਰ ਜਾਂਦਾ ਜਾਂਦਾ ਨਾਨਕ ਤਾਪੇ ਦੇ ਦਰਸ਼ਨ ਵੀ ਕਰਦਾ ਜਾਵਾਂਗਾ। ਫਿਰ ਸਮਾਂ ਨਾ ਕਦੀ ਰੁਕਿਆ ਹੈ ਅਤੇ ਨਾ ਕਦੀ ਰੁਕਣਾ ਹੈ। ਫਿਰ ਉਹ ਆਖਿਰ ਭਾਗਾਂ ਵਾਲਾ ਦਿਨ ਆ ਹੀ ਗਿਆ ਜਦੋਂ ਸਰਦਾਰ ਲਹਿਣਾ ਆਪਣੇ ਭਗਤਾਂ ਦੇ ਸੰਗ ਦੇ ਨਾਲ, ਟੋਲੇ ਦੇ ਨਾਲ, ਗਰੁੱਪ ਦੇ ਨਾਲ ਚਿੱਟੀ ਘੋੜੀ ਤੇ ਸਵਾਰ ਹੋ ਕੇ ਹਿੱਲ ਪਿਆ ਦੇਵੀ ਦੇ ਦਰਸ਼ਨਾਂ ਨੂੰ, ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ। ਪਿਆਰੇ ਦਰਸ਼ਕੋ, ਇਹ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ ਠੀਕ 10:55 ਤੱਕ। ਤੇ ਆਓ ਜੀ ਫਿਰ ਆਪਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਬਾਰੇ 'ਚ ਵਧਾਈਆਂ ਲੈ ਲਓ ਔਰ ਸਤਿਗੁਰਾਂ ਦੇ ਜੀਵਨ ਬਾਰੇ ਸੁਣੀਏ। ਮੇਰੇ ਸੰਗੀ ਬੀਬੀ ਸੁਰਿੰਦਰ ਕੌਰ ਚੀਗੇਲ, ਆਓ ਜੀ ਕਿਰਪਾ ਕਰੋ। ਹਾਂਜੀ, ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ, ਸਿੱਖ ਚੈਨਲ ਨੂੰ, ਸਾਰੇ ਸਰੋਤੇ ਜਿਹੜੇ ਵੀ ਆਪਣੇ ਸਿੱਖ ਚੈਨਲ ਦੇ ਸਾਰੀ ਦੁਨੀਆ ਤੱਕ ਆਵਾਜ਼ ਪਹੁੰਚਦੀ ਹੈ, ਸਾਰਿਆਂ ਨੂੰ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਕਿ ਆਪਾਂ ਸਾਰਿਆਂ ਨੇ ਬੜੇ ਧੂਮਧਾਮ ਨਾਲ ਮਨਾਇਆ ਹੈ, ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ। ਇਸ ਤਰ੍ਹਾਂ ਜਿਸ ਤਰ੍ਹਾਂ ਭਾਜੀ ਨੇ ਦੱਸਿਆ ਹੈ ਕਿ ਸੱਚੇ ਪਿਤਾ ਲਹਿਣਾ ਜੀ ਪਹਿਲਾ ਨਾਮ ਸੀ ਇਹਨਾਂ ਦਾ, ਜਿਹੜੇ ਕਿ ਦੇਵੀ ਪੂਜਾ ਕਰਦੇ ਹੁੰਦੇ ਸਨ ਅਤੇ ਜਵਾਲਾਮੁਖੀ ਉੱਤੇ ਸਾਰੀਆਂ ਸੰਗਤਾਂ ਦੇ ਨਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹੁੰਦੇ ਸਨ। ਸੋ ਇਸ ਤਰ੍ਹਾਂ ਜਾਂਦੇ ਜਾਂਦੇ ਕਹਿੰਦੇ ਇੱਕ ਦਿਨ ਉਹਨਾਂ ਨੇ ਭਾਈ ਜੋਧ ਸਿੰਘ ਹੋਣੀ ਜਿਹੜੇ ਸਨ ਕਿ ਅੰਮ੍ਰਿਤ ਵੇਲੇ
ਇਸ਼ਨਾਨ ਕਰਕੇ ਆਸਾ ਦੀ ਵਾਰ ਦਾ ਜਦੋਂ ਪਾਠ ਕਰ ਰਹੇ ਸਨ, ਭਾਈ ਲਹਿਣਾ ਜੀ ਉੱਥੇ ਆਏ। ਉਹਨਾਂ ਦੇ ਕੰਨਾਂ ਵਿੱਚ ਜਦੋਂ ਪਾਠ ਦੀ ਕਹਿੰਦੇ ਆਵਾਜ਼ ਪਈ, ਉੱਥੇ ਹੀ ਬੈਠ ਗਏ। ਅਤੇ ਜਦੋਂ ਭਾਈ ਜੋਧ ਜੀ ਨੂੰ ਪੁੱਛਿਆ ਕਿ ਇਹ ਤੁਸੀਂ ਬਾਣੀ ਕਿਸ ਦੀ ਬਾਣੀ ਪੜ੍ਹਦੇ ਹੋ, ਤਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਇਹ ਬਾਣੀ ਧੁਰੋਂ ਦਰਗਾਹੋਂ ਬਾਣੀ ਲੈ ਕੇ ਆਏ ਹਨ ਅਤੇ ਕਰਤਾਰਪੁਰ ਵਿਖੇ ਨਿਵਾਸ ਰੱਖਦੇ ਹਨ। ਲਹਿਣਾ ਜੀ ਦੇ ਅੰਦਰ ਕਹਿੰਦੇ ਦਰਸ਼ਨਾਂ ਦੀ ਤਾਂਘ ਬਹੁਤ ਵੱਧ ਗਈ। ਕਹਿੰਦੇ ਹਨ ਕਿ ਇਸੇ ਤਰ੍ਹਾਂ ਹਰੇਕ ਸਾਲ ਜਿਸ ਤਰ੍ਹਾਂ ਸੰਗਤਾਂ ਦੇ ਨਾਲ ਭਾਜੀ ਨੇ ਦੱਸਿਆ ਹੈ ਕਿ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ, ਇਸ ਤਰ੍ਹਾਂ ਉਹ ਵੀ ਦਰਸ਼ਨਾਂ ਨੂੰ ਗਏ। ਪਰ ਮਨ ਵਿੱਚ ਐਸਾ ਬੁਲਬੁਲਾ ਸੀ ਕਿ ਪਹਿਲਾਂ ਗੁਰੂ ਨਾਨਕ, ਜਿਹੜਾ ਮੈਂ ਸੁਣਿਆ ਹੈ ਨਾਨਕ ਤਪਾ, ਉਹਨਾਂ ਨੂੰ ਮੈਂ ਮਿਲਣ ਜਾਣਾ ਹੈ, ਦਰਸ਼ਨ ਕਰਨੇ ਹਨ। ਸੋ ਇਸ ਤਰ੍ਹਾਂ ਕਰਦੇ ਕਰਦੇ ਕਹਿੰਦੇ ਹਨ ਕਿ ਉਹ ਸੰਗਤਾਂ ਵਿੱਚੋਂ ਉੱਠ ਕੇ ਸਵੇਰ ਨੂੰ ਘੋੜੀ ਤੇ ਚੜ੍ਹ ਕੇ ਗੁਰੂ ਨਾਨਕ ਨੂੰ ਮਿਲਣ ਵਾਸਤੇ ਚੱਲ ਪਏ। ਇੱਧਰ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਾਣੀ ਜਾਣ, ਬਿਨ ਬੋਲਿਆਂ ਸਭ ਕੁਝ ਜਾਣਦੇ ਸਨ। ਸਵੇਰੇ ਉੱਠੇ ਅਤੇ ਬਚਨ ਕੀਤਾ ਕਿ ਮੇਰੇ ਰਾਜ ਦਾ ਧਣੀ ਆਇਆ ਹੈ। ਸੰਗਤਾਂ ਹੈਰਾਨ ਹੋ ਗਈਆਂ ਕਿ ਮੈਂ ਲੈ ਆਵਾਂ। ਕਹਿੰਦੇ ਹਨ ਅੱਗੋਂ ਜਦੋਂ ਗਏ, ਲਹਿਣਾ ਜੀ ਦੇ ਨਾਲ ਮੇਲ ਹੋਇਆ। ਭਾਈ ਲਹਿਣਾ ਜੀ ਨੇ ਪੁੱਛਿਆ, ਮੈਂ ਤਪੇ ਗੁਰੂ ਨਾਨਕ ਦੇ ਦਰਬਾਰ ਤੇ ਜਾਣਾ ਹੈ, ਉਹਨਾਂ ਦੇ ਦਰਸ਼ਨ ਕਰਨੇ ਹਨ, ਕਿਹੜੇ ਰਾਹ ਜਾਵਾਂ? ਪੁੱਛਦੇ ਹਨ ਕਿ ਮੈਂ ਕਿਹੜੇ ਰਾਹ ਤੇ ਜਾਵਾਂ? ਗੁਰੂ ਜੀ ਨੇ ਫਰਮਾਇਆ ਕਿ ਭਾਈ ਮੇਰੇ ਪਿੱਛੇ ਪਿੱਛੇ ਤੁਰਿਆ, ਅਤੇ ਜਦੋਂ ਦੁਆਰ ਅੱਗੇ ਪਹੁੰਚੇ ਤਾਂ ਕਹਿੰਦੇ ਹਨ ਕਿ ਘੋੜੀ ਦੇ ਇੱਥੇ ਕਿਲੇ ਨਾਲ ਆਪਣੀ ਘੋੜੀ ਬੰਨ੍ਹ ਦਿਓ ਅਤੇ ਦਰਵਾਜ਼ੇ ਦੇ ਅੰਦਰ ਆ ਜਾਣਾ। ਫੇਰ ਜਦੋਂ ਭਾਈ ਲਹਿਣਾ ਜੀ ਅੰਦਰ ਆਏ, ਮੱਥਾ ਟੇਕਿਆ ਤਾਂ ਕੀ ਦੇਖਦੇ ਹਨ ਕਿ ਇਹ ਤਾਂ ਉਹੀ ਮਹਾਂਪੁਰਸ਼ ਹਨ ਜਿਨ੍ਹਾਂ ਨੇ ਮੈਨੂੰ ਰਾਹ ਦੱਸਿਆ ਸੀ, ਰਾਹ ਪੁੱਛਿਆ ਸੀ, ਜਿਨ੍ਹਾਂ ਤੋਂ ਮੈਂ ਬੜੀ ਸ਼ਰਮ ਮਹਿਸੂਸ ਕੀਤੀ। ਆਪਣੇ ਆਪ ਨੂੰ ਉਹਨਾਂ ਨੇ ਹੰਝੂਆਂ ਵਿੱਚ ਗੁਰੂ ਦੇ ਮੱਥਾ ਟੇਕਿਆ, ਚਰਨ ਧੋ ਦਿੱਤੇ। ਕਹਿੰਦੇ ਹਨ ਕਿ ਸੱਚੇ ਪਿਤਾ, ਮੈਨੂੰ ਮਾਫ ਕਰੋ, ਮੇਰੇ ਤੋਂ ਭੁੱਲ ਹੋ ਗਈ, ਮੈਂ ਘੋਰ ਬੇਅਦਬੀ ਕੀਤੀ ਹੈ। ਮੈਂ ਘੋੜੀ ਉੱਤੇ ਚੜਿਆ ਹੋਇਆ ਸਾਂ ਅਤੇ ਤੁਸੀਂ ਪੈਦਲ ਤੁਰ ਕੇ ਆਉਂਦੇ ਸੀ, ਮੈਨੂੰ ਬਖਸ਼ ਦਿਓ। ਗੁਰੂ ਨਾਨਕ ਦੇਵ ਜੀ ਨੇ ਦਿਲਾਸਾ ਦਿੱਤਾ ਅਤੇ ਕਿਹਾ, ਕਿੱਥੋਂ ਆਏ ਹੋ, ਤੁਹਾਡਾ ਕੀ ਨਾਮ ਹੈ? ਉੱਤਰ ਦਿੱਤਾ ਕਿ ਮੈਂ ਖਡੂਰ ਤੋਂ ਆਇਆ ਹਾਂ, ਮੇਰਾ ਨਾਂ ਲਹਿਣਾ ਹੈ। ਅਤੇ ਗੁਰੂ ਜੀ ਖਿੜਖੜਾ ਕੇ ਹੱਸੇ, ਕਹਿੰਦੇ ਤੂੰ ਲੈਣਾ ਹੈ ਤਾਂ ਅਸੀਂ ਤੇਰਾ ਦੇਣਾ ਹੈ। ਕਹਿੰਦੇ ਤੂੰ ਲੈਣਾ ਹੈ ਤਾਂ ਅਸੀਂ ਤੇਰਾ ਦੇਣਾ ਹੈ। ਫਿਰ ਸਿੱਖੀ ਰਹਿਤ ਦੇ ਬਚਨ ਕਰਦੇ ਕਰਦੇ ਗੁਰੂ ਦੇ ਇੰਨੇ ਪ੍ਰਭਾਵਿਤ ਹੋਏ ਕਿ ਬਸ ਮਨ ਬਣਾ ਲਿਆ ਕਿ ਅੱਜ ਮੈਂ ਇੱਥੇ ਹੀ ਰਹਿਣਾ ਹੈ, ਕਰਤਾਰਪੁਰ ਰਹਿਣਾ ਹੈ। ਸੰਗਤਾਂ ਦੇ ਨਾਲ ਜਿਹੜੀਆਂ ਕਿ ਇਹ ਸਾਰੇ ਆਏ ਸਨ ਸੰਗਤਾਂ, ਉਹਨਾਂ ਦੇ ਨਾਲ ਵਾਪਸ ਨਹੀਂ ਜਾਣਾ। ਸੋ ਇਸ ਤਰ੍ਹਾਂ ਕਰਦੇ ਕਰਦੇ ਕਹਿੰਦੇ ਰਾਤ ਹੋਈ, ਕੀਰਤਨ ਸੁਣਿਆ, ਸਾਰਾ ਕੁਝ। ਜਦੋਂ ਰਾਤ ਸੁੱਤੇ ਸਨ, ਕੀ ਦੇਖਦੇ ਹਨ ਕਿ ਇੱਕ ਦੇਵੀ ਸੁਪਨੇ ਵਿੱਚ ਦੇਖਦੇ ਹਨ। ਸੁਪਨੇ ਵਿੱਚ ਦੇਖਦੇ ਹਨ ਕਿ ਇੱਕ ਦੇਵੀ ਗੁਰੂ ਦੇ ਦੁਆਰ ਵਿੱਚ ਝਾੜੂ ਕਰ ਰਹੀ ਹੈ। ਜਦ ਲਹਿਣਾ ਜੀ ਨੇ ਪੁੱਛਿਆ, ਦੇਵੀ ਨੇ ਉੱਤਰ ਦਿੱਤਾ ਕਿ ਮੈਂ ਤਾਂ ਇਸ ਦਰਬਾਰ ਵਿੱਚ ਆ ਕੇ, ਜਿੱਥੇ ਤੁਸੀਂ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ, ਮੈਂ ਉਹੀ ਦੇਵੀ ਹਾਂ ਜਿਹੜੀ ਕਿ ਗੁਰੂ ਘਰ ਦੇ ਚਰਨਾਂ ਦੀ ਧੂੜ ਲੈਣ ਵਾਸਤੇ ਇੱਥੇ ਜਨਮ ਆਪਣਾ ਸਫਲ ਕਰਨ ਵਾਸਤੇ ਇਹ ਗੁਰੂ ਦਰਬਾਰ ਵਿੱਚ ਆ ਕੇ ਮੈਂ ਝਾੜੂ ਫੇਰਦੀ ਹਾਂ। ਸੋ ਲਹਿਣਾ ਜੀ ਨੂੰ ਹੋਰ ਵੀ ਮਨ ਵਿੱਚ ਵਿਸ਼ਵਾਸ ਸਾਰਾ ਪੱਕਾ ਹੋ ਗਿਆ ਕਿ ਬਸ ਇਹੀ ਹਨ ਮੇਰੇ ਗੁਰੂ, ਮੈਂ ਹੁਣ ਇੱਥੇ ਹੀ ਰਹਿਣਾ ਹੈ। ਸੋ ਉਸ ਤੋਂ ਬਾਅਦ ਕਹਿੰਦੇ ਹਨ ਕਿ ਕਰਤਾਰਪੁਰ ਵਿਖੇ ਹੀ ਉਹਨਾਂ ਨੇ ਟਿਕਾਣਾ ਬਣਾ ਲਿਆ ਤੇ ਦੇਵੀ ਨਾਲ ਜਿਹੜੇ ਦਰਸ਼ਨਾਂ ਨੂੰ ਜਾਂਦੇ ਸਨ ਉਹਨਾਂ ਦੇ ਨਾਲ ਵਾਪਸ ਘਰ ਨਹੀਂ ਗਏ। ਬਸ ਉੱਥੇ ਹੀ ਗੁਰੂ ਦੇ ਸੇਵਾ ਕਰਨ ਵਿੱਚ ਆਪਣਾ ਮਨ ਤਨ ਲਾ ਕੇ ਸੇਵਾ ਕਰਦੇ ਰਹੇ। ਸੋ ਇਸ ਤਰ੍ਹਾਂ ਭਾਜੀ ਥੋੜੀ ਜਿਹੀ ਸਾਖੀ ਆਪਾਂ ਕੀਤੀ, ਇਸ ਤੋਂ ਬਾਅਦ ਇੱਕ ਹੋਰ ਕਰਾਂਗੇ। ਹੁਣ ਤੁਸੀਂ ਕਿਰਪਾ ਕਰੋ। ਹਾਂਜੀ ਭਾਜੀ। ਵਾਹ ਜੀ ਵਾਹ, ਵਾਹ ਜੀ ਵਾਹ। ਗੁਰੂ ਨਾਨਕ ਦੇਵ ਜੀ ਦਾ ਭਾਈ ਲਹਿਣੇ ਦੀਆਂ ਲਗਾਮਾਂ ਫੜ ਕੇ ਅੱਗੇ ਤੁਰ ਕੇ ਆਉਣਾ, ਇਹ ਕਹਾਣੀ, ਇਹ ਸਾਖੀ ਜੋ ਭੈਣ ਜੀ ਨੇ ਸੁਣਾਈ ਹੈ, ਇਹ ਇਤਨੀ ਪ੍ਰਭਾਵਸ਼ਾਲੀ ਕਹਾਣੀ ਹੈ, ਇਤਨੀ ਪ੍ਰਭਾਵਸ਼ਾਲੀ ਸਾਖੀ ਹੈ। ਇਸ ਤੋਂ ਗੁਰੂ ਨਾਨਕ ਦੇਵ ਜੀ ਦੀ ਹਲੀਮੀ ਦਾ, ਨਿਮਰਤਾ ਦਾ, ਨਿਰਮਾਣਤਾ ਦਾ ਪਤਾ ਲੱਗਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸਰਬ ਕਲਾ ਸਮਰੱਥ ਹੁੰਦਿਆਂ ਹੋਇਆਂ ਵੀ ਇਤਨੇ ਹਲੀਮੀ ਵਾਲੇ ਸਨ। ਇਤਨੇ ਲਹਿਣੇ ਦੇ ਕੋਮਲ ਦਿਲ ਉੱਤੇ ਗੁਰੂ ਨਾਨਕ ਦੇਵ ਜੀ ਦੀ ਇਸ ਬੇਮਿਸਾਲ ਹਲੀਮੀ, ਯਾਨੀ ਮਿੱਠ ਤਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ ਦਾ ਐਸਾ ਗਹਿਰਾ ਅਸਰ ਹੋਇਆ ਕਿ ਸਤਕਾਰ ਦੇ ਨਾਲ ਉਹਦਾ ਸਿਰ ਝੁਕ ਕੇ ਜ਼ਮੀਨ ਦੇ ਨਾਲ ਜਾ ਲੱਗਾ। ਭਾਈ ਵਾਹ। ਗੱਲਾਂ ਬਾਤਾਂ ਕਰਦਿਆਂ
ਪਲ ਤੋਂ ਪਲ ਵਿੱਚ ਮਨ ਸ਼ਾਂਤ ਹੁੰਦਾ ਗਿਆ, ਦਿਲ ਵਿੱਚ ਠੰਡ ਜਿਹੀ ਪੈ ਗਈ। ਅੰਦਰਲੇ ਇਨਸਾਨ ਦੀ ਆਵਾਜ਼ ਆਈ, ਜਿਸ ਚੀਜ਼ ਦੀ ਭਾਲ ਵਿੱਚ ਕਈ ਸਾਲਾਂ ਤੋਂ ਫਿਰਦਾ ਸੀ, ਉਹ ਨੇਕ ਕੰਮ ਇੱਕ ਪਲਕ ਵਿੱਚ ਹੋ ਗਿਆ। ਲਹਿਣੇ ਨੂੰ ਮਹਿਸੂਸ ਹੋਇਆ ਕਿ ਅੱਖ ਦੇ ਫੋਰ ਵਿੱਚ ਹੀ ਬੇੜਾ ਪਾਰ ਹੋ ਗਿਆ ਹੈ। ਬਸ ਫਿਰ ਕੀ ਸੀ, ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਸੰਗਤ ਅਤੇ ਰਬਾਨੀ ਗੁਰ ਉਪਦੇਸ਼ ਦਾ ਕੁਝ ਹੀ ਪਲਾਂ ਵਿੱਚ ਅਜਿਹਾ ਚਮਤਕਾਰੀ ਅਸਰ ਹੋਇਆ ਕਿ ਸਰਦਾਰ ਲਹਿਣਾ ਵੈਸ਼ਨੋ ਦੇਵੀ ਦੀ ਉਪਾਸਨਾ ਛੱਡ ਕੇ ਗੁਰੂ ਨਾਨਕ ਦੇਵ ਜੀ ਦਾ ਅਨੰਨ ਸਿੱਖ ਹੋ ਕੇ ਇੱਕ ਅਕਾਲ ਦਾ ਪੁਜਾਰੀ ਹੋ ਗਿਆ। ਉਹਨੇ ਥਿਤਵਾਰ ਨਹੀਂ ਪੁੱਛਿਆ ਤੇ ਵਾਪਸ ਜਾ ਕੇ ਆਪਣੇ ਸੰਗੀਆਂ ਨੂੰ ਕਿਹਾ, ਹੁਣ ਤੁਸੀਂ ਯਾਤਰਾ ਤੇ ਜਾਓ। ਮੈਨੂੰ ਜਿਸ ਨਿਮਤ ਦੀ ਲੋੜ ਸੀ, ਜਿਸ ਬਖਸ਼ਿਸ਼ ਦੀ ਜ਼ਰੂਰਤ ਸੀ, ਉਹ ਮਿਲ ਗਈ ਹੈ। ਵਾਹ ਵਾਹ। ਭਾਈ ਲਹਿਣੇ ਉੱਪਰ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਸੰਗਤ ਦਾ ਅਜਿਹਾ ਜਾਦੂਮਈ ਅਸਰ ਹੋਇਆ ਕਿ ਉਹ ਲਗਾਤਾਰ 7 ਸਾਲ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਰਿਹਾ। ਇਸ ਵਕਤ ਗੁਰੂ ਨਾਨਕ ਦੇਵ ਜੀ ਦੀ ਉਮਰ 63 ਸਾਲ ਸੀ ਤੇ ਹੁਣ ਸੇਵਾਦਾਰ ਲਹਿਣਾ ਇਤਨਾ ਰਮ ਗਿਆ ਕਰਤਾਰਪੁਰ ਦੀਆਂ ਫਿਜ਼ਾਵਾਂ ਦੇ ਵਿੱਚ ਕਿ ਸਾਰੇ ਕਾਰਜ ਖੇਤੀਬਾੜੀ ਉਹੀ ਸੰਭਾਲਦਾ। ਬਈ ਸਮਰਪਣ ਦੀ ਤੇ ਜਾਂ ਫਿਰ ਪ੍ਰੀਤ ਦੀ ਰੀਤ ਨਿਭਾਉਣੀ ਤਾਂ ਕੋਈ ਭਾਈ ਲਹਿਣਾ ਜੀ ਕੋਲੋਂ ਸਿੱਖੇ। ਬਾਈ ਵਾਹ। ਇਹਨਾਂ 7 ਸਾਲਾਂ ਵਿੱਚ ਕੁਝ ਅਹਿਮ ਘਟਨਾਵਾਂ ਹੋਈਆਂ, ਦਿਲਚਸਪ ਵਾਕਿਆਤ ਹੋਏ, ਜਿਨ੍ਹਾਂ ਦਾ ਦਿਲਕਸ਼ ਜ਼ਿਕਰ ਸਿੱਖ ਇਤਿਹਾਸ ਕਰਦਾ ਹੈ। ਅਤੇ ਭਾਈ ਬਾਲੇਵਾਲੀ ਜਨਮ ਸਾਖੀ ਵਿੱਚੋਂ ਖੁੱਲੇ ਡੁੱਲੇ ਸਾਨੂੰ ਇਹੋ ਜਿਹੇ ਗੱਫੇ ਮਿਲਦੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਲਹਿਣਾ ਜੀ ਨੇ ਕਿਵੇਂ ਦਿਨ ਗੁਜ਼ਾਰੇ, 7 ਸਾਲ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ। ਉਹਨਾਂ ਵਿੱਚੋਂ ਕੁਝ ਇੱਕ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਨਮ ਸਾਖੀ ਦੇ ਰੈਫਰੈਂਸ ਦੇ ਨਾਲ। ਨੰਬਰ 1, ਇੱਕ ਦਿਨ ਗੁਰੂ ਨਾਨਕ ਦੇਵ ਜੀ ਆਪਣੇ ਦੋਹਾਂ ਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਦੇ ਨਾਲ ਜਾ ਰਹੇ ਸਨ ਕਿ ਉਹਨਾਂ ਦਾ ਗੜਵਾ, ਹੱਥ ਵਾਲਾ ਕਰਮੰਡਲ ਕਹਿ ਲਓ, ਉਹ ਕਰਤਾਰਪੁਰ ਦੇ ਗਟਰ ਵਿੱਚ ਡਿੱਗ ਪਿਆ, ਨਾਲੇ 'ਚ ਡਿੱਗ ਪਿਆ। ਤੇ ਗੁਰੂ ਜੀ ਨੇ ਵੱਡੇ ਬੇਟੇ ਸ੍ਰੀ ਚੰਦ ਨੂੰ ਕਿਹਾ, ਸ੍ਰੀ ਚੰਦ ਇਹ ਗੜਵਾ ਤਾਂ ਬਈ ਜ਼ਰੂਰ ਚਾਹੀਦਾ। ਤੇ ਬਾਬਾ ਸ੍ਰੀ ਚੰਦ ਕਹਿਣ ਲੱਗੇ, ਪਿਤਾ ਜੀ ਰਹਿਣ ਦਿਓ, ਹੋਰ ਕੋਈ ਲੈ ਲਵਾਂਗੇ। ਫਿਰ ਲਖਮੀ ਦਾਸ ਛੋਟੇ ਬੇਟੇ ਵੱਲ ਇਸ਼ਾਰਾ ਕੀਤਾ ਤਾਂ ਉਹ ਸਿਰ ਝੁਕਾ ਕੇ ਕਹਿਣ ਲੱਗੇ, ਜੋ ਭਰਾਤਾ ਜੀ ਨੇ ਕਿਹਾ ਹੈ ਉਹ ਠੀਕ ਹੈ। ਹੁਣ ਵਾਰੀ ਸੀ ਲਹਿਣੇ ਦੀ। ਲਹਿਣੇ ਨੇ ਬਿਨਾਂ ਕਿਸੇ ਹੀਲ ਹੁਜਤ ਦੇ ਗੜਵਾ ਕੱਢ ਕੇ ਸਾਫ਼ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਅਰਪਣ ਕਰ ਦਿੱਤਾ। ਫਿਰ ਇੱਕ ਹੋਰ ਗੱਲ ਹੋਈ, ਉਹ ਕੀ, ਅੱਧੀ ਰਾਤ ਨੂੰ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਵਿਹੜੇ ਵਿੱਚ ਖੜੇ ਹੋ ਕੇ ਕਿਹਾ, ਬੇਟਾ ਕੋਈ ਜਣਾ ਰਾਵੀ ਦਰਿਆ ਤੇ ਜਾ ਕੇ ਮੇਰੇ ਕੱਪੜੇ ਧੋ ਲਿਆਓ। ਦੋਹਾਂ ਬੇਟਿਆਂ ਨੇ ਟਾਲ ਮਟੋਲ ਕਰ ਦਿੱਤਾ, ਪਰ ਲਹਿਣਾ ਬਚਨ ਮੰਨ ਕੇ ਚਲਾ ਗਿਆ ਤੇ ਕੱਪੜੇ ਧੋ ਲਿਆਇਆ। ਇੱਕ ਵੱਖਰੀ ਗੱਲ ਹੈ ਲੰਬੀ ਚੌੜੀ ਕਿ ਜਦੋਂ ਭਾਈ ਲਹਿਣਾ ਜੀ ਰਾਵੀ ਦਰਿਆ ਤੇ ਗਏ ਤਾਂ ਜਨਮ ਸਾਖੀ ਦਾ ਕਰਤਾ ਕਹਿੰਦਾ ਹੈ ਕਿ ਦਿਨ ਸੀ ਔਰ ਦੁਪਹਿਰਾ ਸੀ। ਖੈਰ ਕੁਝ ਵੀ ਹੋਵੇ, ਗੱਲ ਮੇਨ ਇਹ ਹੈ ਕਿ ਭਾਈ ਲਹਿਣਾ ਜੀ ਨੇ ਬਚਨ ਮੰਨਿਆ। ਫਿਰ ਇੱਕ ਦਿਨ ਸਵੇਰ ਸਵੇਰੇ ਜਦੋਂ ਉੱਠੇ ਤਾਂ ਕੀ ਦੇਖਦੇ ਹਨ ਕਿ ਵਿਹੜੇ ਵਿੱਚ ਚੂਹੀ ਮਰੀ ਪਈ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਬੱਚਿਓ ਇਹਨੂੰ ਬਾਹਰ ਸੁੱਟਿਆਓ। ਦੋਹਾਂ ਪੁੱਤਰਾਂ ਨੇ ਬਹਾਨਾ ਕਰਕੇ ਪੱਲਾ ਝਾੜ ਲਿਆ, ਪੱਲਾ ਖਿਸਕਾ ਲਿਆ ਤੇ ਲਹਿਣੇ ਨੇ 7 ਬਚਨ ਕਹਿ ਕੇ ਇਹ ਕੰਮ ਖੁਸ਼ੀ ਨਾਲ ਕਰ ਦਿੱਤਾ। ਇੱਥੇ ਬਸ ਨਹੀਂ, ਇੱਕ ਹੋਰ ਗੱਲ ਹੋਈ ਬੜੀ ਰੌਚਕ। ਉਹ ਕੀ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਝੋਨੇ ਵਿੱਚੋਂ ਨਦੀਨ ਕੱਢੀ। ਇਹ ਜਿਹੜਾ ਵਾਧੂ ਘਾਹ ਹੁੰਦਾ, ਅਸੀਂ ਉਸ ਪੰਜਾਬੀ ਲੋਕ ਉਸ ਨੂੰ ਨਦੀਨ ਵੀ ਕਹਿੰਦੇ ਆ ਤੇ ਬੁਆੜ ਵੀ ਕਹਿੰਦੇ ਆ। ਛੁੱਟੇ ਤਿਲ ਬੁਆੜ ਜੋ ਛੁੱਟੇ ਅੰਦਰ ਖੇਤ, ਆਸਾ ਦੀ ਵਾਰ। ਉਹ ਜਿਹੜਾ ਨਕੰਮਾ ਘਾਹ ਸੀ, ਨਦੀਨ ਜਾਂ ਬੁਆੜ, ਗੁਰੂ ਨਾਨਕ ਦੇਵ ਜੀ ਕੱਢ ਰਹੇ ਸਨ ਤਾਂ ਉਹ ਫਿਰ ਬਾਅਦ ਵਿੱਚ ਪਸ਼ੂਆਂ ਨੂੰ ਵੀ ਪਾਇਆ ਜਾ ਸਕਦਾ ਹੈ। ਉਹਦੀ ਪੰਡ ਬੰਨੀ ਤੇ ਭਾਈ ਲਹਿਣੇ ਦੇ ਸਿਰ ਤੇ ਰੱਖ ਦਿੱਤੀ। ਜਦੋਂ ਘਰ ਆਏ ਤਾਂ ਮਾਤਾ ਸੁਲੱਖਣੀ ਗੁਰੂ ਨਾਨਕ ਦੇਵ ਜੀ ਦੇ ਧਰਮ ਪਤਨੀ ਕਹਿਣ ਲੱਗੇ, ਸਵਾਮੀ ਤੁਸੀਂ ਇਹ ਪੰਡ ਲਹਿਣੇ ਦੇ ਸਿਰ ਤੇ ਕਿਉਂ ਚੁਕਾਈ? ਤਾਂ ਹਜ਼ੂਰ ਗੁਰੂ ਨਾਨਕ ਦੇਵ ਜੀ ਨੇ ਬੜੇ ਰਹੱਸਮਈ ਤਰੀਕੇ ਨਾਲ, ਬੜੇ ਰਹੱਸਮਈ ਢੰਗ ਦੇ ਨਾਲ ਜਵਾਬ ਦਿੱਤਾ। ਕਹਿਣ ਲੱਗੇ, ਸੁਲੱਖਣੀਏ ਇਹ ਜ਼ਿੰਮੇਵਾਰੀ ਦੀ ਪੰਡ ਸਿਰਫ ਲਹਿਣਾ ਹੀ ਚੁੱਕ ਸਕਦਾ, ਹੋਰ ਨਹੀਂ ਕੋਈ ਚੁੱਕ ਸਕਦਾ। ਗੁਰਸਿੱਖ ਵਿਦਵਾਨਾਂ ਦਾ
ਇਹ ਕਥਨ ਹੈ ਕਿ ਨਿੱਕੇ ਨਿੱਕੇ ਇਹ ਇਮਤਿਹਾਨ ਸਨ, ਪ੍ਰੀਖਿਆਵਾਂ ਸਨ, ਜਿਨ੍ਹਾਂ ਦੇ ਵਿੱਚ ਦੋਏ ਪੁੱਤ ਨਾ ਕਾਮਯਾਬ ਹੋਏ ਤੇ ਸੇਵਾਦਾਰ ਭਾਈ ਲਹਿਣਾ ਸੋਹਣੇ ਨੰਬਰ ਲੈ ਕੇ ਪਾਸ ਹੋਇਆ। ਹਾਂਜੀ, ਆ ਜਾਓ, ਕਰੋ ਕਿਰਪਾ। ਹਾਂਜੀ, ਇਸੇ ਤਰ੍ਹਾਂ ਹੀ ਹੋਰ ਸਾਖੀ ਇਸ ਦੇ ਨਾਲ ਆਪਾਂ ਲਾਈਏ ਕਿ ਜਿਸ ਤਰ੍ਹਾਂ ਲਹਿਣਾ ਜੀ ਹੋਣੀ ਬਚਨ ਦੇ ਬੰਨੇ ਸਨ, 7 ਬਚਨ ਕਹਿ ਕੇ ਜੋ ਵੀ ਗੁਰੂ ਕਹਿੰਦੇ ਸਨ, ਨਾ ਅੱਗਾ ਦੇਖਣਾ ਨਾ ਪਿੱਛਾ, ਨਾ ਗਰਮੀ ਨਾ ਸਰਦੀ, ਬਸ ਜੋ ਗੁਰੂ ਨੇ ਬਚਨ ਕੀਤੇ ਉਹ ਉਸ ਦੀ ਪਾਲਣਾ ਕਰਦੇ ਸਨ। ਕਹਿੰਦੇ ਹਨ ਕਿ ਇੱਕ ਦਿਨ ਅੱਜ ਕਰਤਾਰਪੁਰ ਵਿਖੇ ਕਹਿੰਦੇ ਹਨ ਕਿ ਸੰਗਤ ਆਈ ਹੈ, ਦਰਬਾਰ ਸਜਿਆ ਹੋਇਆ ਹੈ, ਗੁਰੂ ਨਾਨਕ ਦੇਵ ਜੀ ਬਚਨ ਸੁਣ ਕੇ ਆਏ ਹਨ। ਕਹਿੰਦੇ ਹਨ ਕਿ ਸੰਗਤ, ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਅੱਜ ਸੰਗਤ ਬਹੁਤ ਆਈ ਹੈ, ਮੇਰਾ ਦਿਲ ਕਰਦਾ ਹੈ ਕਿ ਸੰਗਤਾਂ ਨੂੰ ਮਠਿਆਈ ਛਕਾਈ ਜਾਵੇ। ਕਹਿੰਦੇ ਹਨ ਕਿ ਸੰਗਤਾਂ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਵੀ ਮੇਰ ਦੇ ਘਰ ਵਿੱਚ ਆਏ, ਕਹਿੰਦੇ ਕਿ ਦਿਲ ਕਰਦਾ ਹੈ ਕਿ ਸੰਗਤ ਆਈ ਹੈ, ਇਹਨਾਂ ਨੂੰ ਮਠਿਆਈ ਛਕਾਈ ਜਾਵੇ। ਸੋ ਇਸ ਤਰ੍ਹਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਉਪਦੇਸ਼ ਕੀਤਾ ਕਿ ਕਹਿੰਦੇ ਹਨ ਕਿ ਜਾਓ ਮਠਿਆਈ ਦਾ ਇੰਤਜ਼ਾਮ ਕਰੋ। ਤਾਂ ਉਹ ਬੱਚੇ ਕਹਿੰਦੇ ਕਿ ਹੁਣ ਸੰਗਤ ਬੈਠੀ ਹੈ, ਇੰਨੀ ਜਲਦੀ ਮਠਿਆਈ ਦਾ ਕਿਸ ਤਰ੍ਹਾਂ ਇੰਤਜ਼ਾਮ ਹੋ ਸਕਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਹ ਸਾਹਮਣੇ ਜਿਹੜਾ ਜੰਡ ਹੈ ਉਸ ਦੇ ਉੱਪਰ ਚੜ ਜਾਓ, ਜੰਡ ਨੂੰ ਹਿਲਾਓ ਤਾਂ ਮਠਿਆਈ ਆਪੇ ਟਪ ਪਏਗੀ। ਸੋ ਬੱਚੇ ਕਹਿਣ ਲੱਗੇ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਹੈ, ਤੁਸੀਂ ਭੁੱਲ ਕਰਦੇ ਹੋ, ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ ਕਿ ਇਹ ਜੋ ਜੰਡ ਜਿਹਨੂੰ ਫਲ ਵੀ ਨਹੀਂ ਲੱਗਦੇ, ਕੁਛ ਨਹੀਂ ਲੱਗਦਾ, ਇਹ ਮਠਿਆਈ ਕਿਸ ਤਰ੍ਹਾਂ ਦੇ ਸਕਦਾ ਹੈ। ਪਰ ਇਸ ਤਰ੍ਹਾਂ ਕਰਦੇ ਕਰਦੇ ਗੁਰੂ ਜੀ ਨੇ ਭਾਈ ਲਹਿਣੇ ਜੀ ਉਹਨਾਂ ਨੂੰ ਕਿਹਾ। ਭਾਈ ਲਹਿਣੇ ਜੀ ਹੁਣੀ ਉੱਠ ਕੇ ਜਲਦੀ ਕਹਿੰਦੇ ਹਨ ਕਿ ਖੁਸ਼ੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨਦੇ ਹੋਏ ਜੰਡ ਤੇ ਚੜ੍ਹਨ ਲੱਗ ਗਏ। ਉਧਰੋਂ ਗੁਰੂ ਨਾਨਕ ਦੇਵ ਜੀ ਦੇ ਬੱਚੇ ਕਹਿੰਦੇ ਹਨ ਕਿ ਸ੍ਰੀ ਚੰਦ ਜੀ ਅਤੇ ਦੂਸਰੇ ਛੋਟੇ ਭਰਾਤਾ ਜੀ ਦੋਨੇ ਕਹਿੰਦੇ ਕਿ ਲਹਿਣਾ ਜੀ ਤੁਸੀਂ ਇਹ ਕੀ ਕਰ ਰਹੇ ਹੋ, ਡਿੱਗ ਜਾਓਗੇ, ਦਰਖਤ ਤੇ ਕਿਉਂ ਚੜ੍ਹਦੇ ਹੋ, ਇਸ ਜੰਡ ਤੇ ਕਿਉਂ ਚੜ੍ਹ ਰਹੇ ਹੋ। ਪਰ ਕਹਿੰਦੇ ਨਹੀਂ, ਮੇਰੇ ਗੁਰੂ ਦਾ ਹੁਕਮ ਹੈ, ਮੈਨੂੰ ਨਹੀਂ ਪਤਾ ਕਿ ਮਠਿਆਈ ਟਪਕੇਗੀ ਕਿ ਨਹੀਂ, ਪਰ ਗੁਰੂ ਦਾ ਹੁਕਮ ਹੈ ਕਿ ਇਸ ਜੰਡ ਤੇ ਚੜ੍ਹੋ, ਇਸ ਨੂੰ ਹਿਲਾਓ ਤੇ ਮਠਿਆਈ ਆਪੇ ਟਪਕ ਜਾਏਗੀ। ਸੋ ਇਸ ਦਾ ਮਤਲਬ ਇਹ ਹੈ ਕਿ ਭਾਈ ਲਹਿਣਾ ਜੀ ਨੇ ਗੁਰੂ ਦਾ ਹੁਕਮ ਮੰਨ ਕੇ ਆਪਣੀ ਅਵਸਥਾ ਗੁਰੂ ਨੂੰ ਸਾਰਾ ਕੁਝ ਮਨ ਤਨ ਗੁਰੂ ਦੇ ਅੱਗੇ ਰੱਖ ਕੇ ਬਸ ਹੁਕਮ ਮੰਨਿਆ ਉਹਨਾਂ ਨੇ। ਤਾਂ ਐਸੀ ਖੁਸ਼ੀ, ਐਸੀ ਬਖਸ਼ਿਸ਼, ਐਸਾ ਹੁਕਮ ਮੰਨਣ ਵਿੱਚ ਉਹਨਾਂ ਨੇ ਐਸੀ ਕਿਰਪਾ ਹੋਈ, ਕਹਿੰਦੇ ਹਨ ਕਿ ਗੁਰੂ ਜੀ ਨੇ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲਿਆ ਅਤੇ ਆਪਣੇ ਅੰਗ ਦੇ ਨਾਲ ਅੰਗ ਲਾ ਕੇ ਕਹਿੰਦੇ ਹਨ ਕਿ ਅੰਗਦ ਦੇਵ ਜੀ ਬਣਾ ਦਿੱਤਾ, ਅੰਗਦ ਦੇਵ ਜੀ ਬਣ ਗਿਆ। ਸੋ ਇਸ ਤਰ੍ਹਾਂ ਕਹਿੰਦੇ ਹਾਂ, ਲਹਿਣੇ ਦੀ ਫਿਰ ਆਈਏ ਲਹਿਣਾ ਦੋਹੀ ਖੱਟੀਏ। ਉਹਨਾਂ ਨੇ ਜੋ ਵੀ ਸੀਗਾ ਆਪਣਾ ਜੋ ਵੀ ਖੱਟਿਆ ਹੈ ਗੁਰੂ ਨਾਨਕ ਦੀ ਸੇਵਾ ਕਰਕੇ, ਗੁਰੂ ਨਾਨਕ ਦੀ ਨਿਮਰਤਾ ਦੇਖ ਕੇ ਆਪ ਵੀ ਨਿਮਾਣੇ ਹੋ ਕੇ ਹੁਕਮ ਮੰਨ ਕੇ ਜੋ ਵੀ ਕਰਦੇ ਸਨ ਗੁਰੂ ਦੀ, ਬਸ ਜੋ ਵੀ ਹੁਕਮ ਕੀਤਾ ਗੁਰੂ ਨੇ ਕਿਹਾ ਇਹ ਚਿੱਕੜ ਵਿੱਚ ਛਾਲ ਮਾਰੋ, ਉੱਥੇ ਮਾਰ ਲੈਣੀ। ਗੁਰੂ ਨੇ ਕਿਹਾ ਜੇ ਇਹ ਖੂਹ ਵਿੱਚ ਛਾਲ ਮਾਰ ਦੋ ਤਾਂ ਵੀ ਮਾਰ ਸਕਦੇ ਸਨ। ਸੋ ਐਸਾ ਹੁਕਮ ਮੰਨ ਕੇ ਉਹਨਾਂ ਨੇ ਐਸੀ ਸਫਲਤਾ ਪ੍ਰਾਪਤ ਕੀਤੀ ਕਿ ਆਪਣੇ ਦੂਜੇ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਣ ਗਏ। ਸੋ ਇਸ ਤਰ੍ਹਾਂ ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਜੀ ਨੇ ਬਹੁਤ ਸੇਵਾ ਕੀਤੀ, ਜਿੱਦਾਂ ਆਪਣੇ ਲਿਪੀ ਆਪਣੀ ਗੁਰਮੁਖੀ ਲਿਖੀ ਹੈ ਭਾਈ ਲਾਲੋ ਜੀ ਤੋਂ। ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਜਿਹੜੀਆਂ ਲਿਖੀਆਂ ਹਨ, ਬਹੁਤ ਹੀ ਜਿਹੜੀਆਂ ਕਿ ਮਨ ਨੂੰ ਪ੍ਰਵਾਹ ਕਰਦੀਆਂ ਹਨ, ਮਨ ਨੂੰ ਸੇਧ ਦਿੰਦੀਆਂ ਹਨ ਕਿ ਇਸ ਤਰ੍ਹਾਂ ਦੀ ਨਿਮਰਤਾ ਗੁਰੂ ਦੇ ਅੱਗੇ, ਇਹ ਨਿਮਰਤਾ ਹੀ ਗੁਰੂ ਨੂੰ ਅਸੀਂ ਪਾ ਸਕਦੇ ਹਾਂ। ਸੋ ਇਸ ਤਰ੍ਹਾਂ ਕਹਿੰਦੇ ਹਨ ਕਿ ਉਹਨਾਂ ਦਾ ਜਦੋਂ ਵਿਆਹ ਸੀਗਾ ਮਾਤਾ ਖੀਵੀ ਜੀ, ਇੱਥੇ ਮੈਂ ਮਾਤਾ ਖੀਵੀ ਜੀ ਨੂੰ ਨਹੀਂ ਭੁੱਲਾਂਗੀ, ਕਿਉਂਕਿ ਮਾਤਾ ਖੀਵੀ ਜੀ ਗੁਰੂ ਦੇ ਮਹਿਲ, ਜਿਨ੍ਹਾਂ ਨੇ ਕਿ ਗੁਰੂ ਦੀ ਸੇਵਾ ਇੰਨੀ ਕੀਤੀ। ਜਦੋਂ ਗੁਰੂ ਜੀ ਖਡੂਰ ਸਾਹਿਬ ਉੱਤੇ ਇਕੱਲੇ ਰਹਿੰਦੇ ਸਨ, ਆਪ ਗੁਰੂ ਦੀਆਂ ਸੰਗਤਾਂ ਕਰਦੇ ਸਨ, ਆਪ ਮਾਤਾ ਖੀਵੀ ਜੀ ਗੁਰੂ ਦੇ ਲੰਗਰਾਂ ਦੀ ਸੇਵਾ ਕਰਦੇ ਸਨ। ਗੁਰੂ ਦੇ ਲੰਗਰ ਬੜੇ ਸਵਾਦਿਸ਼ਟ ਕਹਿੰਦੇ ਹਨ ਕਿ ਗੁਰੂ ਦੇ ਲੰਗਰ ਬਣਾਉਂਦੇ ਸਨ। ਸੰਗਤਾਂ ਇੰਨੀਆਂ ਖੁਸ਼ ਹੁੰਦੀਆਂ ਸਨ ਕਿ ਕੋਈ ਵੀ ਘਿਓ ਦਾ, ਦੁੱਧ ਦਾ ਬਹੁਤ ਭੰਡਾਰਾ ਸੀ। ਸੋ ਸੰਗਤਾਂ ਜਦੋਂ ਵੀ ਆਉਂਦੀਆਂ ਸਨ, ਕੋਈ ਵੀ ਐਸੀ ਸਵਾਦਿਸ਼ਟ ਉਹਨਾਂ ਨੇ ਲੰਗਰ ਬਣਾਉਣਾ ਕਿ ਸੰਗਤਾਂ ਕਹਿੰਦੀਆਂ ਹਨ ਕਿ ਬਹੁਤ ਆਨੰਦ ਵਿੱਚ ਸਨ। ਤੇ ਇਹੀ ਹੀ ਇੱਕ ਮਿਸਾਲ ਹੈ ਮਾਤਾ ਖੀਵੀ ਜੀ ਦੀ, ਜਿਹੜਾ ਕਿ ਉਹਨਾਂ ਦਾ ਨਾਮ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਹੀ ਔਰਤ ਹੈ ਜਿਸ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ। ਕਹਿੰਦੇ ਹਨ ਕਿ ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਚਾਉ ਪਤਰਾਲੀ, ਲੰਗਰ ਚੌ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਖਿਆਲੀ। ਇਹਨਾਂ ਨੇ ਅੰਮ੍ਰਿਤ ਵਰਗੀ ਲੰਗਰ ਤਿਆਰ ਕਰਦੇ ਸਨ। ਸੋ ਮਾਤਾ ਖੀਵੀ ਜੀ ਨੂੰ ਇੱਥੇ ਅਸੀਂ ਯਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਕਿ ਸਾਨੂੰ ਵੀ ਗੁਰੂ ਦੇ ਲੰਗਰਾਂ ਵਿੱਚ ਸੇਵਾ
ਕਰਕੇ ਗੁਰੂ ਦੀ ਖੁਸ਼ੀ ਲੈਣੀ ਸਾਨੂੰ ਸਿਖਾਈ ਹੈ। ਸੋ ਮਾਤਾ ਖੀਵੀ ਜੀ ਦਾ ਬਹੁਤ ਬਹੁਤ ਸਤਿਕਾਰ, ਬਹੁਤ ਬਹੁਤ ਧੰਨਵਾਦ, ਨਮਸਕਾਰ ਕਰਦੇ ਹਾਂ ਐਸੀਆਂ ਮਾਤਾ ਨੂੰ ਜਿਹੜੀਆਂ ਕਿ ਸਾਨੂੰ ਲੰਗਰ ਛਕਾਉਂਦੀਆਂ ਹਨ। ਸੋ ਇਸ ਦੇ ਨਾਲ ਨਾਲ ਭਾਈ ਲਹਿਣਾ ਜੀ ਨੇ ਵੀ ਸੰਗਤਾਂ ਦੀ ਕਹਿੰਦੇ ਹਨ ਕਿ ਬਹੁਤ ਸੇਵਾ ਕੀਤੀ, ਸੰਗਤਾਂ ਨੂੰ ਗੁਰਬਾਣੀ, ਗੁਰੂ ਦੇ ਸ਼ਬਦ ਦਾ ਲੰਗਰ ਵਰਤਦੇ ਸਨ। ਮਾਤਾ ਖੀਵੀ ਜੀ ਤਨ ਦਾ, ਆਪਣੇ ਖਾਣ ਦਾ ਸਵਾਦ, ਪਰ ਗੁਰੂ ਅੰਗਦ ਦੇਵ ਜੀ ਆਪਣੇ ਮਨ ਦਾ, ਗੁਰੂ ਦੀ ਬਾਣੀ ਸਾਨੂੰ ਉਸ ਦਾ ਲੰਗਰ ਵਰਤਦੇ ਸਨ। ਸੋ ਇਸ ਤਰ੍ਹਾਂ ਕਰਦੇ ਕਰਦੇ ਗੁਰੂ ਜੀ ਸਾਡੇ ਤੇ ਬਸ ਇਹ ਮਿਹਰ ਕੀਤੀ ਹੈ ਕਿ ਉਹਨਾਂ ਨੇ ਸਾਨੂੰ ਨਿਮਰਤਾ ਅਤੇ ਗੁਰੂ ਦਾ ਨਾਮ ਜਪਣਾ, ਗੁਰੂ ਨੂੰ ਨਿਮਰਤਾ ਵਿੱਚ ਨਾਲ ਧਿਆਣਾ ਸਾਨੂੰ ਬਹੁਤ ਸਮਝਾਇਆ ਹੈ। ਹਾਂਜੀ ਭਾਜੀ। ਵਾਹ ਜੀ ਵਾਹ। ਮੈਂ ਕਹਿ ਰਿਹਾ ਸੀ ਸਨ 1539 ਈਸਵੀ ਦੇ ਵਿੱਚ ਜਦੋਂ ਲਹਿਣਾ ਜੀ ਦੀ ਉਮਰ 35 ਸਾਲ ਦੀ ਸੀਗੀ, ਤਾਂ ਹੁਣ ਤੱਕ 7 ਸਾਲ ਹੋ ਗਏ ਸੀ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਅਰਦਲ ਵਿੱਚ ਉਹਨਾਂ ਦੀ ਖਿਦਮਤਗਾਰੀ, ਉਹਨਾਂ ਦੀ ਸੇਵਾ ਕਰਦਿਆਂ। ਤਾਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ 7 ਸਾਲਾਂ ਦੇ ਵਿੱਚ ਇਹ ਦੇਖਿਆ ਕਿ ਅਣਥੱਕ ਸੇਵਾ, ਸਿਮਰਨ ਤੇ ਭਜਨ ਬੰਦਗੀ ਤਾਂ ਗੁਰੂ ਨਾਨਕ ਦੇਵ ਜੀ ਬਹੁਤ ਪ੍ਰਸੰਨ ਹੋਏ। ਹੁਣ ਤੱਕ ਉਹਨਾਂ ਨੇ ਆਪਣੀ ਪਹਿਲੀ ਨਜ਼ਰ ਨਾਲ ਛਾਣਬੀਣ ਕਰਕੇ ਫੈਸਲਾ ਕਰ ਲਿਆ ਸੀ ਮਨ ਹੀ ਮਨ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਲੈਣਾ ਹੀ ਸੰਭਾਲ ਸਕਦਾ। ਬਸ ਫਿਰ ਕੀ ਸੀ, ਇੱਕ ਦਿਨ ਪਿਆਰ ਵਿੱਚ ਲੀਨ ਆਪਣੇ ਕਦਮਾਂ ਤੇ ਢੱਠੇ ਲਹਿਣਾ ਜੀ ਨੂੰ ਬਾਹੋਂ ਫੜ ਕੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੀਨੇ ਨਾਲ ਲਾ ਲਿਆ, ਆਪਣੇ ਅੰਗ ਨਾਲ ਲਾ ਕੇ ਅੰਗਦ ਕਰ ਦਿੱਤਾ। ਉਰਦੂ ਜ਼ਬਾਨ ਦਾ ਸ਼ਾਇਰ ਮਿਰਜ਼ਾ गालिब लिखता है, कद बड़ा नहीं करते एड़ियां उठाने से, कद कद बड़ा नहीं करते एड़ियां उठाने से, ऊंचाइयां तो मिलती हैं सिर्फ सर झुकाने से। कद बड़ा नहीं करते एड़ियां उठाने से, ऊंचाइयां तो मिलती हैं सिर्फ सर झुकाने से। ਇੱਥੇ ਬਸ ਨਹੀਂ, ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਪ੍ਰਭੂ ਸਿਮਰਨ ਦੇ ਦੌਰਾਨ ਅੰਗਦ ਜੀ ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ ਵਾਲੀ ਅਵਸਥਾ ਦੇ ਵਿੱਚ ਪਰਮਾਤਮਾ ਦੇ ਨਾਲ ਦੁਐ ਤੇ ਏਕ ਰੂਪ ਹੋਵੇ ਗਇਓ, ਇੱਕਮਿਕ ਹੋਏ ਬੈਠੇ ਸਨ। ਅਚਨਚੇਤ ਭਾਈ ਅੰਗਦ ਜੀ ਦੇ ਕਦਮਾਂ ਤੇ ਸਿਰ ਰੱਖ ਕੇ ਗੁਰੂ ਨਾਨਕ ਦੇਵ ਜੀ ਨੇ ਮੱਥਾ ਟੇਕ ਦਿੱਤਾ। ਫਿਰ ਗੁਰੂ ਨਾਨਕ ਸਾਹਿਬ ਨੇ ਇੱਕ ਨਵਾਂ ਇਤਿਹਾਸ ਰਚਿਆ। ਇਟਸ ਏ ਗ੍ਰੇਟ ਟਰਨਿੰਗ ਪੁਆਇੰਟ। ਆਪਣੀ ਹਯਾਤੀ ਦੇ ਅੰਦਰ ਹੀ, ਆਪਣੇ ਜੀਵਨ ਕਾਲ ਦੇ ਅੰਦਰ ਹੀ ਆਪਣੇ ਹੱਥੀਂ ਆਪਣੀ ਗੁਰਗੱਦੀ ਦੇ ਉੱਪਰ ਸੇਵਾਦਾਰ ਅੰਗਦ ਨੂੰ ਬਿਰਾਜਮਾਨ ਕਰਕੇ, ਸੇਵਾਦਾਰ ਅੰਗਦ ਨੂੰ ਬਿਰਾਜਮਾਨ ਕਰਕੇ। ਅਕਸਰ ਬੇਸਿਕਲੀ ਮੈਂ ਸੀਨੀਅਰ ਪੰਜਾਬੀ ਟੀਚਰ ਹਾਂ ਹਾਈ ਸਕੂਲ ਦਾ। ਮੈਂ ਨੋਟਿਸ ਕੀਤਾ ਹੈ ਕਿ 100 ਵਿੱਚੋਂ 90 ਬੰਦੇ, 90 ਲੋਕ ਮੇਰੇ ਵਰਗੇ, ਮੈਂ ਇਹ ਕ੍ਰਿਟਿਸਾਈਜ਼ ਨਹੀਂ ਕਰ ਰਿਹਾ, ਰਵੇੜਾ ਜਾਂ ਤਨਕੀਦ ਨਹੀਂ, ਸਿਰਫ ਸੁਧਾਈ ਕਰ ਰਿਹਾ ਹਾਂ ਕਿ ਇਹ ਸ਼ਬਦ ਬੋਲਣ ਵੇਲੇ ਅਸੀਂ ਖਬਰਦਾਰ ਰਹੀਏ, ਸਾਵਧਾਨ ਰਹੀਏ। 100 ਵਿੱਚੋਂ 90 ਮੇਰੇ ਵਰਗੇ ਅਰਦਾਸੀਏ, ਮੇਰੇ ਵਰਗੇ ਮਾਮੂਲੀ ਜਿਹੇ ਸਿੱਖ ਜੋ ਹਨ, ਉਹ ਅੰਗਦ ਕਹਿੰਦੇ ਹਨ, ਗੁਰੂ ਸਾਹਿਬ ਦਾ ਨਾਂ ਗਲਤ ਬੋਲਦੇ ਹਨ, ਜਦ ਕਿ ਨਾਂ ਹੈ ਅੰਗਦ। ਮੈਂ ਇਹ ਕਹਿੰਦਾ ਹਾਂ ਕਿ ਤੁਸੀਂ ਸ਼ਹਿਦ ਨੂੰ ਸ਼ਹਿਦ ਕਹਿ ਲਓ, ਕੋਈ ਗੱਲ ਨਹੀਂ। ਤੁਸੀਂ ਅਮਰੂਦ ਨੂੰ ਅਮਰੂਦ ਕਹਿ ਲਓ, ਕੋਈ ਗੱਲ ਨਹੀਂ। ਪਰ ਤੁਸੀਂ ਅੰਗਦ ਨੂੰ ਅੰਗਤ ਨਹੀਂ ਕਹਿ ਸਕਦੇ, ਕਿਉਂਕਿ ਗੁਰੂ ਸਾਹਿਬ ਦਾ ਨਾਂ ਹੈ ਔਰ ਇਹ ਅੰਗਦ ਹੀ ਹੋਣਾ ਚਾਹੀਦਾ ਹੈ, ਜੋ ਗੁਰੂ ਨਾਨਕ ਦੇ ਅੰਗ ਨਾਲ ਲੱਗ ਕੇ ਪ੍ਰਵਾਨ ਹੋਇਆ। ਖੈਰ, ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਸਾਹਿਬ ਦੇ ਕਦਮਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ ਔਰ ਫਿਰ ਆਪਣੇ ਹੱਥੀਂ ਉਹਨਾਂ ਨੂੰ ਆਪਣੇ ਸਿੰਘਾਸਣ ਦੇ ਉੱਪਰ ਬਿਠਾ ਲਿਆ ਤੇ ਘਰ ਦੀ ਜ਼ਿੰਮੇਵਾਰੀ ਦੇ ਕੇ ਨਾਲ ਹੀ ਹੁਕਮ ਕੀਤਾ ਕਿ ਤੁਸੀਂ ਹੁਣ ਕਰਤਾਰਪੁਰ, ਉਹ ਜਿਹੜਾ ਪਾਕਿਸਤਾਨ 'ਚ ਰਹਿ ਗਿਆ ਹੈ, ਜਿਸ ਦਾ ਲਾਂਘਾ ਕੋਰੀਡੋਰ ਪਿਛਲੇ 2-3 ਸਾਲਾਂ ਵਿੱਚ ਖੁੱਲਿਆ ਹੈ, ਤੁਹਾਨੂੰ ਯਾਦ ਹੋਏਗਾ, ਉਸ ਕਰਤਾਰਪੁਰ ਤੋਂ ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਨੂੰ ਇਹ ਆਗਿਆ ਕੀਤੀ ਕਿ ਹੁਣ ਤੁਸੀਂ ਵਾਪਸ ਆਪਣੇ ਪਿੰਡ ਜਾਓ ਔਰ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰੋ। ਤਾਂ ਫਿਰ ਲਹਿਣਾ ਜੀ ਕਰਤਾਰਪੁਰ ਤੋਂ ਖਡੂਰ ਸਾਹਿਬ ਆ ਗਏ। ਪਿਆਰੇ ਦਰਸ਼ਕੋ, ਗੁਰੂ ਅੰਗਦ ਦੇਵ ਜੀ ਦੀ ਬਾਣੀ ਚੋਂ ਦੁਨੀਆ ਦੀ ਇਸ ਧਰਤੀ ਦਾ ਚੱਪਾ ਚੱਪਾ ਵਾਕਿਫ ਹੈ। ਤੁਹਾਨੂੰ ਪਤਾ ਹੀ ਹੈ ਕਿ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਸਾਰੀ ਦੁਨੀਆ ਦੇ ਗੁਰਦੁਆਰਾ ਸਾਹਿਬਾਨ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਔਰ ਉਸ ਕੀਰਤਨ ਦੇ ਵਿੱਚ ਗੁਰੂ ਅੰਗਦ ਦੇਵ ਜੀ ਦੀ ਬਾਣੀ ਜਿਹੜੀ ਹੈ ਉਸ ਨੂੰ
ਵਾਰ-ਵਾਰ ਪੜ੍ਹਿਆ ਜਾਂਦਾ ਹੈ, ਦੁਹਰਾਇਆ ਜਾਂਦਾ ਹੈ। ਸਾਡਾ ਯਕੀਨ ਹੈ ਕਿ ਗੁਰਬਾਣੀ ਦੁੱਖ, ਰੋਗ, ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਗੁਰਬਾਣੀ ਦੁੱਖਾਂ ਰੋਗਾਂ ਦੀ ਨਾਸ਼ਕ, ਆ ਗੁਰਸਿੱਖਾ ਕਰਮ ਕਮਾ। ਚਾਂਦਨੀ ਵਾਂਗੂ ਰੋਸ਼ਨੀ ਵੰਡਦੀ, ਤੂੰ ਵੀ ਅਗਿਆਨ ਅੰਧੇਰ ਮਿਟਾ। ਅਥਾਹ ਗਿਆਨ ਦਾ ਹੈ ਭੰਡਾਰ, ਅਮੋਲ ਖਜ਼ਾਨੇ ਝੋਲੀ ਪਾ। ਗੁਰੂ ਦਾ ਖਾਸ ਰੂਪ ਹੈ ਜ਼ਖਮੀ, ਇਸ ਵਿੱਚ ਵਸਦਾ ਆਪ ਖੁਦਾ। ਬਾਣੀ ਗੁਰੂ, ਗੁਰੂ ਹੈ ਬਾਣੀ। ਆਓ ਗੁਰੂ ਅੰਗਦ ਦੀ ਰਸਨਾ ਤੋਂ ਉਹਨਾਂ ਦੇ ਮਿੱਠੜੇ ਬੋਲ, ਇਹ ਸ਼ਬਦ ਸੁਣੀਏ ਜਿਹੜੇ ਅਸੀਂ ਆਸਾ ਦੀ ਵਾਰ ਵਿੱਚ ਹਰ ਰੋਜ਼ ਸਵੇਰੇ ਸੁਣਦੇ ਹਾਂ। ਜੇ 100 ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। If 100 moons arise and 1,000 suns appear, even with such light, there would be pitch darkness without the Guru. हौमै दीर्घ रोग है, दारू भी समाहे. Ego is a chronic disease, but it has also its curing medicine. ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। If the Lord bestows his grace, then man acts according to Guru's instruction, and this is the cure for ego. ਨਾਨਕ ਕਹੈ ਸੁਣੋ ਜਨੋ, ਇਤ ਸੰਜਮ ਦੁਖ ਜਾਏ। Says Nanak, hear, O people, in this way the trouble departs. ਇੱਕ ਹੋਰ ਥਾਂ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ, ਇਹ ਕਨੇਹੀ ਆਸ ਕੀ, ਦੂਜਾ ਲੱਗਾ ਜਾਏ। What sort of love is this which clings to another? ਨਾਨਕ ਆਸਿਕ ਕਾਢੀਐ, ਸਦ ਹੀ ਰਹਿ ਸਮਾਏ। Nanak, he alone is called a lover, whoever remains absorbed in God. ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ। He who both offers salutation and say no to his master has gone wrong since the very beginning. ਨਾਨਕ ਦੋਵੇਂ ਕੂੜੀਆਂ, ਥਾਏ ਨਾ ਕਾਹੀ ਪਾਏ। Both of his actions are false. He obtains no place in God's court. ਹਾਂਜੀ ਭੈਣ ਜੀ, ਆਜੋ ਜੀ। ਜੀ ਇਹਦੇ ਨਾਲ ਆਪਾਂ ਹੋਰ ਇੱਕ ਸਾਖੀ ਲਾ ਦਈਏ, ਛੋਟੀ ਜੀ ਮੈਨੂੰ ਵਾਹ। ਹੁਣ ਯਾਦ ਆਈ ਕਿ ਸ਼ਿਵਨਾਥ ਤਪਾ ਸੀਗਾ ਇੱਕ, ਸ਼ਿਵਨਾਥ ਤਪੇ ਹੋਣੀ। ਉਹਨਾਂ ਨੇ ਇੱਕ ਵਾਰ ਕਹਿੰਦੇ ਹਨ ਕਿ ਸੋਕਾ ਪੈ ਗਿਆ, ਸਾਰੀ ਬਾਰਿਸ਼ ਬਰਸਾਤ ਮੀਂਹ ਨਾ ਪਿਆ, ਅਤੇ ਤਪੇ ਹੋਣਾ ਲੋਕਾਂ ਨੂੰ ਕਿਹਾ ਮੀਂਹ ਕੀ ਪਵੇ। ਕਹਿੰਦਾ ਇੱਥੇ ਤਾਂ ਇੱਕ ਗ੍ਰਸਤੀ ਗੁਰੂ ਬਣਿਆ ਬੈਠਾ ਹੈ। ਉਹ ਕਹਿੰਦੇ ਹਨ ਕਿ ਇਸ ਲਈ ਇੱਧਰ ਦੇਵਤਾ ਕਹਿੰਦੇ ਜਿਹੜੇ ਵੀ ਦੇਵਤਿਆਂ ਨੂੰ ਮੰਨਦੇ ਸਨ ਸ਼ਿਵਨਾਥ ਹੋਣੀ, ਕਿ ਉਹ ਗੁੱਸੇ ਹੋ ਗਏ ਹਨ, ਇਸ ਕਰਕੇ ਮੀਂਹ ਨਹੀਂ ਪਿਆ। ਉਹਨਾਂ ਨੇ ਪਿੰਡੋਂ ਕੱਢਣ ਦਿਓ, ਕਹਿੰਦੇ ਕਿ ਗੁਰੂ ਭਾਈ ਲਹਿਣਾ ਜੀ ਨੂੰ ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿ ਇਹਨਾਂ ਨੂੰ ਇਸ ਪਿੰਡ ਵਿੱਚੋਂ ਕੱਢ ਦਿਓ ਤਾਂ ਮੀਂਹ ਪਵੇਗਾ। ਤਾਂ ਗੁਰੂ ਜੀ ਨੇ ਦੇ ਤਪੇ ਦੀਆਂ ਸਾਰੀਆਂ ਗੱਲਾਂ ਆ ਕੇ ਦੱਸੀਆਂ ਸੰਗਤਾਂ ਨੇ। ਗੁਰੂ ਜੀ ਨੇ ਕਿਹਾ ਮੀਂਹ ਤਾਂ ਰੱਬ ਦੇ ਵੱਸ ਹੈ, ਮੀਂਹ ਤਾਂ ਰੱਬ ਦੇ ਵੱਸ ਹੈ। ਜੇ ਸਾਡੇ ਇੱਥੋਂ ਜਾਣ ਨਾਲ ਕਹਿੰਦੇ ਕਿ ਸ਼ਹਿਰ ਚੋਂ ਜਾਣ ਨਾਲ ਮੀਂਹ ਪੈਂਦਾ ਹੈ ਤਾਂ ਅਸੀਂ ਚਲੇ ਜਾਂਦੇ ਹਾਂ। ਸੋ ਇਸ ਤਰ੍ਹਾਂ ਗੁਰੂ ਜੀ ਪਿੰਡ ਚਲੇ ਗਏ ਅਤੇ ਮੀਂਹ ਫਿਰ ਵੀ ਨਾ ਪਿਆ। ਸੋ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਉਹਨਾਂ ਦੇ ਬਾਸਰਕੇ ਤੋਂ ਆ ਗਏ ਅਤੇ ਗੁਰੂ ਜੀ ਦੇ ਜਾਣ ਬਾਰੇ ਸੁਣ ਕੇ ਸੰਗਤਾਂ ਕਾਫੀ ਦੁਖੀ ਹੋਈਆਂ। ਪਰ ਲੋਕਾਂ ਨੂੰ ਆਖਣ ਲੱਗੇ ਤਪਾ ਤਾਂ ਪਖੰਡੀ ਹੈ, ਉਹ ਜਿਹੜਾ ਤਪਾ, ਫਿਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਜਿਹੜਾ ਤਪਾ ਹੈ ਉਹ ਤਾਂ ਪਖੰਡੀ ਹੈ। ਮੀਂਹ ਤਾਂ ਕਹਿੰਦੇ ਹਨ ਕਿ ਗੁਰੂ ਦੇ ਨਾਮ ਲੈਣ ਨਾਲ ਹੀ ਮੀਂਹ ਪੈਣਾ ਹੈ, ਗੁਰੂ ਦੇ ਨਾਮ ਲੈਣਾ ਪੈਣਾ ਹੈ। ਜਦੋਂ ਲੋਕਾਂ ਨੂੰ ਗੁਰੂ ਜੀ ਦਾ ਨਾਮ ਲਿਆ ਤਾਂ ਕਹਿੰਦੇ ਹਨ ਕਿ ਮੀਂਹ ਪੈ ਗਿਆ। ਸੋ ਇਸ ਤਰ੍ਹਾਂ ਲੋਕਾਂ ਨੇ ਉਸ ਤਪੇ ਨੂੰ ਮਾਰ ਮੁਰ ਕੇ ਕੁੱਟ ਕੱਟ ਕੇ ਉਸ ਨੂੰ ਮਾਰ ਦਿੱਤਾ। ਪਰ ਇੱਧਰ ਗੁਰੂ ਅਮਰਦਾਸ ਜੀ ਹੁਣੇ ਨੂੰ ਜਦੋਂ ਪਤਾ ਲੱਗਿਆ ਤਾਂ ਬੜੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ, ਤੁਸੀਂ ਸ਼ਾਂਤ ਰਹਿਣਾ ਸੀਗਾ, ਭਾਣਾ ਮੰਨ ਕੇ ਗੁਰੂ ਅੱਗੇ ਅਰਦਾਸ ਕਰਕੇ, ਜੋ ਇਹ ਗੁਰੂ ਦੇ ਵੱਸ ਹੈ ਕਿ ਮੀਂਹ ਪੈਣਾ ਹੈ ਕਿ ਨਹੀਂ, ਪਰ ਤੁਸੀਂ ਤਪੇ ਨੂੰ ਇਸ ਤਰ੍ਹਾਂ ਨਹੀਂ ਸੀ ਉਸ ਨੂੰ ਮਾਰਨਾ। ਸੋ ਉਸ ਨੂੰ ਗੁਰੂ ਜੀ ਕਹਿੰਦੇ ਹਨ ਕਿ ਮਾਫੀ ਮੰਗੋ ਜਾ ਕੇ,
ਕਿ ਉਹਨਾਂ ਤੋਂ ਕਿ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਸੋ ਕਹਿੰਦੇ ਹਨ ਕਿ ਸਾਰੇ ਗਰੀਬਾਂ ਨੂੰ ਇਕੱਠੇ ਕਰਕੇ ਸਾਧਾ ਸੰਗਤਾਂ ਨੂੰ ਭੋਜਨ ਛਕਾਓ ਅਤੇ ਅਰਦਾਸ ਕਰੋ ਗੁਰੂ ਅੱਗੇ ਕਿ ਵਾਹਿਗੁਰੂ ਤਪੇ ਜੋਗੀ ਦੀ ਆਤਮਾ ਨੂੰ ਰਹਿਮਤ ਕਰਨ, ਉਹਨਾਂ ਨੂੰ ਆਪਣੇ ਇਸ ਤਰ੍ਹਾਂ ਕਰਕੇ ਤੁਸੀਂ ਆਪਣੀਆਂ ਭੁੱਲਾਂ ਬਖਸ਼ਾਓ। ਸੋ ਇਸ ਤਰ੍ਹਾਂ ਉਹਨਾਂ ਨੇ, ਗੁਰੂ ਜੀ ਨੇ ਆਪਣੇ ਨਿਮਰਤਾ, ਸ਼ਾਂਤ ਸੁਭਾਅ ਦੇ ਨਾਲ ਇਹਨਾਂ ਜਿਹੜੇ ਤਪਿਆਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ, ਕਿਉਂਕਿ ਜੋ ਗੁਰੂ ਦੀ ਆਗਿਆ ਹੈ ਉਸ ਨੂੰ ਮੰਨ ਕੇ, ਗੁਰੂ ਦਾ ਪਾਣਾ ਮੰਨ ਕੇ, ਜਿਸ ਤਰ੍ਹਾਂ ਗੁਰੂ ਨੂੰ ਚਾਹੇ ਉਸ ਤਰ੍ਹਾਂ ਹੁੰਦਾ ਹੈ। ਸੋ ਇਸ ਤਰ੍ਹਾਂ ਉਹਨਾਂ ਨੇ ਇਹ ਛੋਟੀ ਜਿਹੀ ਸਾਖੀ ਆਪਾਂ ਇੱਥੇ ਸਾਂਝੀ ਕੀਤੀ ਹੈ। ਹਾਂਜੀ ਭਾਜੀ, ਆਓ ਜੀ। ਵਾਹ ਜੀ ਵਾਹ। ਸਿੱਖ ਕੌਮ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਅਤਿਅੰਤ ਕ੍ਰਿਤੱਜ ਹੈ, ਬੇहद ਅਹਿਸਾਨਮੰਦ ਹੈ, ਕੂਟਨ-ਕੂਟ ਧੰਨਵਾਦੀ ਹੈ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੀ। ਉਹਨਾਂ ਨੇ 3 ਮਹਾਨ ਕਾਰਜ ਕਰਕੇ ਸਿੱਖ ਕੌਮ ਨੂੰ ਸਾਰੀ ਦੁਨੀਆ ਵਿੱਚ, ਸਾਰੇ ਸੰਸਾਰ ਵਿੱਚ ਅਮਰ ਕਰ ਦਿੱਤਾ, ਮਸ਼ਹੂਰ ਮਾਰੂਫ ਕਰ ਦਿੱਤਾ। ਪਹਿਲਾ, ਗੁਰਮੁਖੀ ਲਿਪੀ ਨੂੰ ਮਾਂਝ ਸਵਾਰ ਕੇ ਸਿੱਖ ਕੌਮ ਦੀ ਝੋਲੀ ਚ ਪਾਇਆ। ਦੂਜਾ, ਗੁਰੂ ਨਾਨਕ ਦੇਵ ਜੀ ਦੀ ਬਾਇਓਗ੍ਰਾਫੀ ਨੂੰ, ਯਾਨੀ ਜੀਵਨ ਕਹਾਣੀ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਰੂਪ ਵਿੱਚ ਭਾਈ ਪੈੜਾ ਮੋਖਾ ਜੀ ਕੋਲੋਂ ਲਿਖਵਾਇਆ। ਅਤੇ ਤੀਜਾ, ਭਾਰਤੀ ਸਿੱਖ ਨੌਜਵਾਨਾਂ ਨੂੰ ਪਹਿਲਵਾਨੀ ਅਖਾੜੇ ਬਣਾ ਕੇ, ਕਲੱਬ ਬਣਾ ਕੇ ਪਹਿਲਵਾਨੀ ਦਾ ਸ਼ੌਕ ਪੈਦਾ ਕੀਤਾ ਤੇ ਨੌਜਵਾਨਾਂ ਨੂੰ ਜਿਸਮਾਨੀ ਤੌਰ ਤੇ ਕਸਰਤ ਕਰਾ ਕੇ ਬਹਾਦਰ, ਬਲਵਾਨ ਤੇ ਸਿਹਤਮੰਦ ਬਣਾਇਆ। ਜਿਵੇਂ ਸਿਆਣੇ ਕਹਿੰਦੇ ਹਨ ਕਿ ਅਰੋਗ ਸਰੀਰ ਵਿੱਚ ਅਰੋਗ ਮਨ। 37 ਸਾਲ ਦੀ ਉਮਰ ਵਿੱਚ ਸਨ 1541 ਈਸਵੀ ਦੇ ਵਿੱਚ ਗੁਰਮੁਖੀ ਅੱਖਰਾਂ ਵਿੱਚ ਵਿਦਿਆ ਦਾ ਪ੍ਰਚਾਰ ਪ੍ਰਸਾਰ ਜਾਤ ਪਾਤ ਤੋਂ ਉੱਪਰ ਉੱਠ ਕੇ ਸਿੱਖ ਇਤਿਹਾਸ ਨੇ ਦੱਸਿਆ ਕਿ ਇੱਕ ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਬੱਚਿਆਂ ਨੂੰ ਪੜ੍ਹਾ ਰਹੇ ਸਨ। ਸਾਰੇ ਧਰਮਾਂ ਦੇ ਬੱਚੇ ਇਸ ਕਲਾਸ ਵਿੱਚ ਬੈਠੇ ਗੁਰੂ ਸਾਹਿਬ ਜੀ ਕੋਲੋਂ ਪੜ੍ਹ ਰਹੇ ਸਨ ਔਰ ਗੁਰੂ ਅੰਗਦ ਦੇਵ ਜੀ ਮਹਾਰਾਜ ਐਜ਼ ਏ ਲੈਂਗੁਏਜ ਟੀਚਰ ਬੱਚਿਆਂ ਨੂੰ ਪੜ੍ਹਾ ਰਹੇ ਸਨ। ਤੇ ਫਿਰ ਇੱਕ ਹੋਰ ਵਾਕਿਆ ਹੋਇਆ ਜਿਹਦਾ ਜ਼ਿਕਰ ਮੈਂ ਅਗਾਂਹ ਕਰਾਂਗਾ। ਫਿਲਹਾਲ ਮੈਨੂੰ ਇੱਕ ਗੱਲ ਯਾਦ ਆਈ ਹੈ। ਗੌਰਮੈਂਟ ਹਾਈ ਸਕੂਲ ਡਰੋਲੀ ਕਲਾਂ 10ਵੀਂ ਕਲਾਸ ਨੂੰ ਮਾਸਟਰ ਸੇਵਾ ਸਿੰਘ ਜੀ ਅਜੜਾਮ ਪੜ੍ਹਾ ਰਹੇ ਸਨ। ਕਹਿੰਦੇ ਅੰਗਰੇਜ਼ ਨਵੇਂ-ਨਵੇਂ ਪੰਜਾਬ ਵਿੱਚ ਆਏ ਸਨ, ਪੰਜਾਬੀ ਤੇ ਅੰਗਰੇਜ਼ੀ ਬੋਲੀ ਦੀ ਤਕਰਾਰ ਹੋ ਗਈ। ਪਿਆਰੇ ਦਰਸ਼ਕੋ, ਧਿਆਨ ਨਾਲ ਸੁਣਨਾ ਮੇਰੀ ਗੱਲ। ਪੰਜਾਬੀ ਤੇ ਅੰਗਰੇਜ਼ੀ ਦੀ ਆਪਸ ਵਿੱਚ ਹੀ ਤਕਰਾਰ ਹੋ ਗਈ, ਕੰਟਰੋਵਰਸੀ ਹੋ ਗਈ। ਪੰਜਾਬੀ ਕਹਿਣ ਲੱਗੀ, ਗੱਲ ਸੁਣ, ਪੰਜਾਬੀ ਅੰਗਰੇਜ਼ੀ ਨੂੰ ਕਹਿ ਰਹੀ ਹੈ, ਗੱਲ ਸੁਣ, ਤੇਰੇ ਤਾਂ ਕਿੰਨੇ ਅੱਖਰ ਹੀ ਸਾਇਲੈਂਟ ਆ ਤੇ ਮੇਰੀ ਬਿੰਦੀ ਵੀ ਬੋਲਦੀ ਆ। ਕੋਈ ਸਕਾਲਰ ਬਜ਼ੁਰਗ ਇਹ ਕੰਟਰੋਵਰਸੀ ਸੁਣ ਰਿਹਾ ਸੀ, ਉਹਦੇ ਮੂੰਹ ਸਹਿਵਨ ਨਿਕਲਿਆ, ਬਈ ਵਾਹ, ਤੇ ਸਾਡੀ ਸਾਰੀ ਕਲਾਸ ਹੱਸ ਪਈ। ਕਹਿਣ ਦਾ ਮਤਲਬ ਹੈ ਕਿ ਗੁਰਮੁਖੀ ਲਿਪੀ ਜਿਹੜੀ ਹੈ, ਇਸ ਦੇ ਵਿੱਚ ਗੁਰਬਾਣੀ ਸਹੀ ਲਿਖੀ ਜਾ ਸਕਦੀ ਹੈ, ਸਪਸ਼ਟ ਲਿਖੀ ਜਾ ਸਕਦੀ ਹੈ। ਇਉਂ ਕਹਿਣਾ ਮੈਨੂੰ ਸੋਹਣਾ ਲੱਗਦਾ ਹੈ ਕਿ ਗੁਰਮੁਖੀ ਲਿਪੀ ਆਪਣੇ ਆਪ ਵਿੱਚ ਕੰਪਲੀਟ ਹੈ ਗੁਰਬਾਣੀ ਨੂੰ ਜਾਂ ਪੰਜਾਬੀ ਲੈਂਗੁਏਜ ਨੂੰ। ਇੱਕ ਹੋਰ ਗੱਲ ਕਰਦਾ ਚਲਾਂ, ਪਾਕਿਸਤਾਨੀ ਲੋਕ ਵੀ ਪੰਜਾਬੀ ਬੋਲਦੇ ਹਨ ਤੇ ਹਿੰਦੁਸਤਾਨੀ ਲੋਕ ਵੀ ਪੰਜਾਬੀ ਬੋਲਦੇ ਹਨ। ਵਾਟਸ ਦ ਡਿਫਰੈਂਸ? ਡਿਫਰੈਂਸ ਇਹ ਹੈ ਕਿ ਅਸੀਂ ਚੜ੍ਹਦੇ ਪੰਜਾਬ ਵਾਲੇ ਪੰਜਾਬੀ ਲੈਂਗੁਏਜ ਨੂੰ ਗੁਰਮੁਖੀ ਸਕ੍ਰਿਪਟ ਵਿੱਚ ਲਿਖਦੇ ਹਾਂ ਤੇ ਪਾਕਿਸਤਾਨ ਦੇ ਪੰਜਾਬੀ ਲੋਕ ਪੰਜਾਬੀ ਲੈਂਗੁਏਜ ਨੂੰ ਸ਼ਾਹਮੁਖੀ ਸਕ੍ਰਿਪਟ ਵਿੱਚ, ਯਾਨੀ ਪਰਸ਼ੀਅਨ ਸਕ੍ਰਿਪਟ ਦੇ ਵਿੱਚ ਲਿਖਦੇ ਹਨ। ਸੋ ਇਹ ਥੋੜਾ ਜਿਹਾ ਫਰਕ ਹੈ ਲਿਖਣ ਦਾ, ਲੇਕਿਨ ਪੰਜਾਬੀ ਹੈ। ਹਾਂ, ਸਮੇਂ ਦਾ ਬਾਦਸ਼ਾਹ ਹਮਾਯੂੰ 1540 ਈਸਵੀ ਦੇ ਵਿੱਚ ਸ਼ੇਰ ਖਾਨ ਸੂਰ ਪਠਾਨ ਕੋਲੋਂ ਹਾਰ ਖਾ ਕੇ ਆ ਰਿਹਾ ਸੀ ਤਾਂ ਉਹ ਇਧਰੋਂ ਲੰਘਦਾ ਖਡੂਰ ਸਾਹਿਬ ਆ ਗਿਆ। ਇਹ ਕੋਇਨਸੀਡੈਂਸ ਕਹਿ ਲਓ ਕਿ ਗੁਰੂ ਸਾਹਿਬ ਆਪਣੀ ਲਗਨ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸਨ। ਇਤਨੇ ਆਪਣੀ ਲਗਨ ਦੇ ਵਿੱਚ ਮਗਨ ਸਨ ਕਿ ਉਹਨਾਂ ਨੂੰ ਹਮਾਯੂੰ ਬਾਦਸ਼ਾਹ ਦੇ ਆਉਣ ਦੀ ਖਬਰ ਨਾ ਹੋਈ, ਪਤਾ ਹੀ ਨਾ ਲੱਗਾ, ਗੌਰ ਨਾ ਕੀਤੀ, ਕਿਉਂਕਿ ਆਪਣੇ ਧਿਆਨ ਵਿੱਚ ਬੱਚਿਆਂ ਦੇ ਨਾਲ ਜੁੜੇ ਹੋਏ ਸਨ। ਹਮਾਯੂੰ ਨੂੰ ਬੜਾ ਗੁੱਸਾ ਆਇਆ ਕਿ ਗੁਰੂ ਅੰਗਦ ਦੇਵ ਜੀ ਨੇ ਮੈਨੂੰ ਦੁਆ ਸਲਾਮ ਹੀ ਨਹੀਂ ਕੀਤੀ। ਗੁੱਸੇ ਦਾ ਪਾਰਾ ਇੱਥੋਂ ਤੱਕ ਚੜਿਆ ਕਿ ਹਮਾਯੂੰ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਉੱਪਰ ਉਹਨਾਂ ਨੂੰ ਮਾਰਨ ਵਾਸਤੇ ਤਲਵਾਰ ਖਿੱਚ ਲਈ। ਜਦ ਖੜਕਾ ਹੋਇਆ ਤਾਂ ਗੁਰੂ ਅੰਗਦ ਦੇਵ ਜੀ ਨੂੰ ਸਾਰੀ ਗੱਲ ਦੀ ਸਮਝ ਆਈ ਤਾਂ ਬੜੀ ਨਿਡਰਤਾ ਤੇ ਆਤਮ ਵਿਸ਼ਵਾਸ ਦੇ ਨਾਲ ਦੂਸਰੇ ਪਾਤਸ਼ਾਹ ਕਹਿਣ ਲੱਗੇ,
ਹਮਾਯੂੰ ਹੁਣ ਫਕੀਰਾਂ ਤੇ ਇਹ ਜੋ ਤਲਵਾਰ ਖਿੱਚਣ ਲੱਗਾ ਹੈ, ਇਹ ਤਲਵਾਰ ਉਦੋਂ ਕਿੱਥੇ ਸੀ ਜਦੋਂ ਸ਼ੇਰ ਖਾਨ ਪਠਾਨ ਦੇ ਨਾਲ ਤੇਰਾ ਮੁਕਾਬਲਾ ਮੈਦਾਨੇ ਜੰਗ ਵਿੱਚ ਸੀ। ਕਿੱਥੇ ਗੁਰੂ ਅੰਗਦ ਦੇਵ ਜੀ ਅਤੇ ਕਿੱਥੇ ਉਹ ਲੜਾਈ ਹੋਈ। ਗੁਰੂ ਸਾਹਿਬ ਦੀ ਅੰਤਰਯਾਮਤਾ ਦੇਖ ਕੇ ਹਮਾਯੂੰ ਬਹੁਤ ਸ਼ਰਮਿੰਦਾ ਹੋਇਆ, ਸ਼ਰਮਸਾਰ ਹੋਇਆ ਤੇ ਗੁਰੂ ਸਾਹਿਬ ਦੇ ਕਦਮਾਂ ਤੇ ਕੱਚੀ ਦੀਵਾਰ ਵਾਂਗ ਢਹਿ ਪਿਆ, ਆਪਣੀ ਗੁਸਤਾਖੀ ਦੀ ਮਾਫੀ ਮੰਗੀ। ਤਾਂ ਫਿਰ ਗੁਰੂ ਸਾਹਿਬ ਦੀ ਸੋਚ ਦੇਖੋ, ਦਰਿਆ ਦਿਲ ਗੁਰੂ ਅੰਗਦ ਦੇਵ ਜੀ ਨੇ ਹਮਾਯੂੰ ਨੂੰ ਬਖਸ਼ ਦਿੱਤਾ ਤੇ ਨਾਲ ਹੀ ਕਿਉਂਕਿ ਉਹ ਕਦਮਾਂ ਤੇ ਢਹਿ ਪਿਆ ਸੀ, ਉਸਨੇ ਗਲਤੀ ਮੰਨ ਲਈ ਸੀ। ਗੁਰੂ ਸਾਹਿਬ ਨੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ ਦੇ ਅਨੁਸਾਰ ਰਾਜ ਭਾਗ ਦੀ ਅਸੀਸ ਵੀ ਦਿੱਤੀ। ਔਰ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਹਮਾਯੂੰ ਨੂੰ ਦੁਬਾਰਾ ਰਾਜ ਪ੍ਰਾਪਤ ਵੀ ਹੋਇਆ। ਮੈਂ ਫਾਈਂਡ ਆਊਟ ਕੀਤਾ ਹੈ ਕਿ ਸਨ 1555 ਵਿੱਚ, ਠੀਕ 15 ਸਾਲ ਬਾਅਦ, ਹਮਾਯੂੰ ਇਰਾਨੀ ਫੌਜ ਦੀ ਮਦਦ ਦੇ ਨਾਲ ਦੁਬਾਰਾ ਫਿਰ ਦਿੱਲੀ ਦੇ ਤਖਤ ਦੇ ਉੱਪਰ ਕਾਬਜ ਹੋ ਗਿਆ। ਖੈਰ, 40 ਸਾਲ ਦੀ ਉਮਰ ਵਿੱਚ ਸਨ 1544 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਭਾਈ ਪੈੜਾ ਮੋਖਾ ਜੀ ਕੋਲੋਂ ਲਿਖਵਾਈ। ਗੁਰੂ ਨਾਨਕ ਦੇਵ ਜੀ ਦੀ ਸਾਖੀ ਗੁਰੂ ਦੂਸਰੇ ਪਾਤਸ਼ਾਹ ਨੇ, ਗੁਰੂ ਅੰਗਦ ਪਾਤਸ਼ਾਹ ਨੇ। ਉਹਦਾ ਅਜੋਕਾ ਰੂਪ ਸਰੂਪ ਅੱਜ ਵੀ ਸਾਨੂੰ ਮਿਲਦਾ ਹੈ ਔਰ ਉਹਦਾ ਟਾਈਟਲ ਹੈ ਭਾਈ ਬਾਲੇਵਾਲੀ ਜਨਮ ਸਾਖੀ। ਇੱਕ ਹੋਰ ਹੱਡਬੀਤੀ ਗੱਲ ਸੁਣਾਵਾਂ, ਬਹੁਤ ਦਿਲਚਸਪ ਹੈ, ਤੁਸੀਂ ਸੁਣ ਕੇ ਖੁਸ਼ ਹੋ ਜਾਓਗੇ। ਪਰ ਇਸ ਗੱਲ ਬਾਰੇ ਮੈਂ ਕਦੀ ਜ਼ਿੰਦਗੀ ਵਿੱਚ ਸੋਚਿਆ ਵੀ ਨਹੀਂ ਸੀ। ਉਹ ਇਹ ਕਿ ਮੈਂ ਸਿੱਖ ਚੈਨਲ ਦੇ ਸੋਹਣੇ ਦਰਸ਼ਕਾਂ ਨੂੰ ਇਹ ਰੌਚਕ ਤੇ ਦਿਲਚਸਪ ਦੁਰਲੱਭ ਗੱਲ ਦੱਸਣ ਲੱਗਾ ਕਿ ਇੱਕ ਦਿਨ ਮੈਂ ਆਪਣੇ ਕੰਮ ਤੇ, ਜਿੱਥੇ ਕੰਪਨੀ ਵਿੱਚ ਮੈਂ ਐਜ਼ ਏ ਕੈਸ਼ੀਅਰ ਕੰਮ ਕਰਦਾ, ਮੈਂ ਕੰਮ ਕਰ ਰਿਹਾ ਸੀ, ਕੰਮ ਵਿੱਚ ਮਸਰੂਫ ਸੀ, ਤਾਂ ਅਚਾਨਕ ਇੱਕ ਗੁਰਸਿੱਖ ਜੋੜਾ ਕਪਲ ਮੇਰੇ ਕਾਊਂਟਰ ਤੇ ਆਇਆ। ਜਦ ਮੈਂ ਉਹਨਾਂ ਨੂੰ ਸਰਵ ਕਰ ਰਿਹਾ ਸੀ ਤਾਂ ਗੁਰਫਤਿਹ ਦੀ ਨਿੱਘੀ ਸਾਂਝ ਹੋਣ ਤੋਂ ਬਾਅਦ ਸਰਦਾਰ ਜੀ ਨੇ ਬੜੀ ਪ੍ਰਸੰਨਤਾ ਦੇ ਮਾਣ ਨਾਲ ਮੈਨੂੰ ਦੱਸਿਆ। ਕਹਿਣ ਲੱਗੇ, ਭਾਈ ਸਾਹਿਬ ਜੀ, ਮੇਰਾ ਨਾਂ ਜਗਜੀਤ ਸਿੰਘ ਮੋਖਾ ਹੈ, ਕਿੱਤੇ ਵਜੋਂ ਮੈਂ ਇੰਜੀਨੀਅਰ ਹਾਂ। ਭਾਈ ਪੈੜਾ ਮੋਖਾ ਦਾ ਨਾਂ ਤੁਸੀਂ ਸੁਣਿਆ? ਮੈਂ ਕਿਹਾ ਹਾਂ ਜੀ, ਉਹ ਤਾਂ ਇਤਿਹਾਸਕ ਹਸਤੀ ਹੈ। ਕਹਿਣ ਲੱਗੇ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਭਾਈ ਬਾਲੇਵਾਲੀ ਜਨਮ ਸਾਖੀ ਲਿਖਣ ਦੀ ਸੇਵਾ ਨਿਭਾਈ ਸੀ, ਉਹ ਸਾਡੇ ਬਜ਼ੁਰਗ ਸੀਗੇ, ਉਹ ਸਾਡੇ ਐਨਸੈਸਟਰ ਸੀਗੇ, ਵੱਡੇ ਸੀ ਸਾਡੇ। ਪਿਆਰੇ ਦਰਸ਼ਕੋ, ਸੱਚ ਜਾਣਿਓ, ਮੇਰੇ ਹੱਥ ਆਪਣੇ ਆਪ ਉਹਨਾਂ ਦੇ ਸਤਿਕਾਰ ਵਜੋਂ ਜੁੜ ਗਏ। ਮੈਂ ਆਪਣੀ ਕੁਰਸੀ ਤੋਂ ਉੱਠ ਖੜਾ ਹੋਇਆ। ਸਰਦਾਰ ਜੀ ਨੇ ਕਿਹਾ, ਅਸੀਂ ਭਾਈ ਪੈੜਾ ਮੋਖਾ ਜੀ ਦੀ 18ਵੀਂ ਪੀੜ੍ਹੀ ਹਾਂ, 18 ਜਨਰੇਸ਼ਨ, 18ਵੀਂ ਪੀੜ੍ਹੀ, ਤੇ ਬ੍ਰੈਡਫੋਰਡ ਵਿੱਚ ਹਾਲੇ ਨਵੇਂ ਹੀ ਆਏ ਆ। ਖੈਰ, ਅੱਗੇ ਚੱਲੀਏ। ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦੂਸਰੇ ਪਾਤਸ਼ਾਹ ਨੇ ਹਰੇਕ ਧਰਮ ਦੇ ਨੌਜਵਾਨਾਂ ਨੂੰ ਜਿੱਥੇ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੇ ਵਿਕਾਸ ਵੱਲ ਜੋੜਿਆ, ਉੱਥੇ ਸਿਹਤਮੰਦ ਹੋਣ ਵਾਸਤੇ, ਸਿਹਤਯਾਬ ਹੋਣ ਵਾਸਤੇ, ਪਲਵਾਨ ਬਣਨ ਵਾਸਤੇ ਭਰਪੂਰ ਪ੍ਰੇਰਨਾ ਵੀ ਕੀਤੀ। ਗੁਰੂ ਅੰਗਦ ਦੇਵ ਜੀ ਨੇ ਮੁਖੀ ਗੁਰਸਿੱਖਾਂ ਦੀ ਮਦਦ ਨਾਲ ਪਹਿਲਵਾਨਾਂ ਵਾਸਤੇ ਅਖਾੜੇ ਬਣਵਾਏ, ਕਲੱਬ ਬਣਵਾਏ। ਇਹ ਤਾਂ ਭਾਰਤੀ ਨੌਜਵਾਨਾਂ ਦੇ ਸੁੱਤੇ ਭਾਗ ਜਗਾਉਣ ਵਾਲੀ ਗੱਲ ਸੀ। ਘੋਲ ਜਿੱਤਣ ਵਾਲੇ ਨੌਜਵਾਨਾਂ ਨੂੰ ਗੁਰੂ ਅੰਗਦ ਦੇਵ ਜੀ ਜਿੱਥੇ ਦਿਲਾਸਾ ਦਿੰਦੇ, ਦਿਲਬਰੀਆਂ ਦਿੰਦੇ, ਸਿਰ ਤੇ ਪਿਆਰ ਦਾ ਹੱਥ ਫੇਰਦੇ, ਉੱਥੇ ਨਾਲ ਹੀ ਘੇ ਸ਼ੱਕਰ ਵੀ ਪਰੋਸਦੇ ਸਨ। ਭਾਈ ਵਾਹ! ਜਦੋਂ ਇਲਾਕੇ ਵਿੱਚ ਇਸ ਉਸਾਰੂ ਗੱਲ ਦੀ ਚਰਚਾ ਛਿੜੀ ਤਾਂ ਬਹੁਤ ਸਾਰੇ ਜੋਸ਼ੀਲੇ ਤੇ ਫੁਰਤੀਲੇ ਨੌਜਵਾਨ ਅੱਗੜ ਪਿੱਛੜ ਹੋ ਕੇ ਖਡੂਰ ਸਾਹਿਬ ਵੱਲ ਆਉਣ ਲੱਗੇ। ਗੁਰੂ ਅੰਗਦ ਦੇਵ ਜੀ ਦੀ ਚਲਾਈ ਇਸ ਨਵੀਂ ਰਵਾਇਤ, ਪਰੰਪਰਾ ਯਾਨੀ ਟ੍ਰੈਡੀਸ਼ਨ ਦਾ ਇੰਨਾ ਸਦੀਵੀ ਅਸਰ ਹੋਇਆ ਕਿ ਅੱਜ ਵੀ ਛੈਲ ਛਬੀਲੇ ਗੱਭਰੂ ਸਿੱਖ ਨੌਜਵਾਨ ਇਸ ਘੋਲ ਦੇ ਫੀਲਡ ਵਿੱਚ ਆਪਣੀਆਂ ਜ਼ਬਰਦਸਤ ਮੱਲਾਂ ਮਾਰ ਰਹੇ ਹਨ, ਜਿਹਦੀ ਜਿਉਂਦੀ ਜਾਗਦੀ ਮਿਸਾਲ ਮੈਂ ਖੁਦ ਆਪਣੀ ਜ਼ਿੰਦਗੀ ਵਿੱਚ ਦੇਖੀ ਹੈ। ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦਾ। ਉਹ ਜਿਉਂਦੀ ਜਾਗਦੀ ਮਿਸਾਲ ਹੈ ਰੈਸਲਿੰਗ ਵਿੱਚ ਲੀਡਸ ਵਿੱਚ ਇੰਗਲੈਂਡ ਦੇ ਨੈਸ਼ਨਲ ਚੈਂਪੀਅਨ ਦਲਬੀਰ ਸਿੰਘ ਗਿੱਲ। ਮੈਨੂੰ ਸਿੱਖ ਚੈਨਲ ਦੇ ਦਰਸ਼ਕਾਂ ਨੂੰ ਇਹ ਖੁਸ਼ਖਬਰੀ ਦੱਸਦਿਆਂ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਨ 1999 ਵਿੱਚ ਜਦੋਂ ਮੈਂ BBC ਰੇਡੀਓ ਲੀਡਸ ਦੇ ਨਾਲ
ਆਪਣੀ ਸੇਵਾ ਨਿਭਾ ਰਿਹਾ ਸੀ ਤਾਂ ਮੈਨੂੰ ਸਿੱਖ ਕੌਮ ਦੀ ਆਨ ਸ਼ਾਨ ਹਰਮਨ ਪਿਆਰੇ ਵੀਰ ਦਲਬੀਰ ਸਿੰਘ ਗਿੱਲ ਸਾਹਿਬ ਦੇ ਨਾਲ ਬੜੀ ਦਿਲਚਸਪ ਇੰਟਰਵਿਊ ਕਰਨ ਦਾ ਸੁਨਹਿਰੀ ਮੌਕਾ ਮਿਲਿਆ, ਜਿਸ ਵਿੱਚ ਗਿੱਲ ਸਾਹਿਬ ਨੇ ਦੱਸਿਆ ਕਿ ਕਿਵੇਂ ਵਰਲਡ ਲੈਵਲ ਤੇ, ਭਾਈ ਵਾਹ, ਵਰਲਡ ਲੈਵਲ ਤੇ ਉਹਨਾਂ ਨੇ ਰੈਸਲਿੰਗ ਦੇ ਵਿੱਚ ਬੇਮਿਸਾਲ ਜਿੱਤਾਂ ਜਿੱਤੀਆਂ ਹਨ ਤੇ ਉਹਨਾਂ ਦੇ ਕੋਲ ਇਸ ਵੇਲੇ ਗੋਲਡਨ ਬੈਲਟ ਹੈ। ਲੀਡਸ ਦੇ ਟਾਈਗਰ ਸਿੰਘ ਗਿੱਲ, ਅਸੀਂ ਦਲਬੀਰ ਸਿੰਘ ਗਿੱਲ ਕਹਿੰਦੇ ਹਾਂ ਉਹਨਾਂ ਨੂੰ, ਰੈਸਲਰ ਨੂੰ, ਔਰ ਗੋਰੇ ਆਮ ਕਰਕੇ ਉਹਨਾਂ ਨੂੰ ਟਾਈਗਰ ਸਿੰਘ ਗਿੱਲ ਕਹਿੰਦੇ ਆ। ਇਹ ਸ਼ਾਨਦਾਰ ਇੰਟਰਵਿਊ ਬਾਅਦ ਵਿੱਚ ਸਰਦਾਰ ਗੁਰਬਖਸ਼ ਸਿੰਘ ਵਿਰਕ ਸਾਹਿਬ ਨੇ ਆਪਣੇ ਮੈਗਜ਼ੀਨ ਦੇਸ਼ ਪ੍ਰਦੇਸ਼ ਵਿੱਚ ਪਬਲਿਸ਼ ਕੀਤੀ ਤੇ BBC ਰੇਡੀਓ ਡੀਟਸ ਦੇ ਪ੍ਰੋਗਰਾਮਾਂ ਦੀ ਇੱਕ ਕਿਤਾਬ ਵਿੱਚ ਵੀ ਇਹ ਛਪੀ ਸੀ। ਹਾਂਜੀ ਭੈਣ ਜੀ। ਹਾਂਜੀ ਭਾਜੀ, ਇਸ ਦੇ ਨਾਲ ਹਾਂਜੀ, ਜਿਸ ਤਰ੍ਹਾਂ ਕਿ ਆਪਾਂ ਗੁਰਮੁਖੀ ਲਿਪੀ ਭਾਜੀ ਨੇ ਦੱਸਿਆ ਹੈ, ਗੁਰਮੁਖੀ ਲਿਪੀ ਦੀ 35 ਵਿੱਚ ਸੋਧ ਕੇ ਨਾ 5 ਅੱਖਰਾਂ ਵਿੱਚ ਸੱਚੇ ਪਾਤਸ਼ਾਹ ਨੇ ਇਹ ਬਾਲ ਬੋ ਜਿਹੜੇ ਕਿ ਉਪਦੇਸ਼ ਤਿਆਰ ਕੀਤੇ, ਬੱਚਿਆਂ ਨੂੰ, ਬਾਲਕਾਂ ਨੂੰ ਆਪ ਪੰਜਾਬੀ ਪੜ੍ਹਾਇਆ ਕਰਦੇ ਸਨ। ਸੋ ਇਹ ਜੋ ਪੰਜਾਬੀ ਜਿਹੜੀ ਸਾਨੂੰ ਵਿਰਸੇ ਵਿੱਚ ਮਿਲੀ ਹੈ ਅੱਜ ਤੱਕ, ਇਹ ਸਾਨੂੰ ਹੁਣ ਵੀ ਆਪਣੇ ਬੱਚਿਆਂ ਨੂੰ ਮੈਂ ਅਪੀਲ ਕਰਦੀ ਹਾਂ ਕਿ ਬੱਚਿਆਂ ਨੂੰ ਆਪਾਂ ਪੰਜਾਬੀ ਜ਼ਰੂਰ ਸਿਖਾਈਏ, ਕਿਉਂਕਿ ਪੰਜਾਬੀ ਸਾਡੀ ਗੁਰਬਾਣੀ ਜਿਹੜੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਕਿ ਆਪਾਂ ਉਪਦੇਸ਼ ਗੁਰੂ ਦਾ, ਬਚਨ ਗੁਰੂ ਦੇ ਸੁਣਨੇ ਹਨ, ਪੜ੍ਹਨੇ ਹਨ, ਬੱਚਿਆਂ ਨੂੰ ਜ਼ਰੂਰ ਗੁਰਬਾਣੀ ਸਿਖਾਓ, ਪੰਜਾਬੀ ਸਿਖਾਓ, ਤਾਂ ਕਿ ਇਹ ਜੋ ਸਾਡੀ ਪੀੜ੍ਹੀ ਹੈ, ਜਿਹੜੀ ਜਨਰੇਸ਼ਨ ਹੁਣ ਨਵੀਂ ਜਿਹੜੀ, ਇਹਨਾਂ ਨੂੰ ਵੀ ਗੁਰੂ ਘਰ ਵਿੱਚ ਆ ਕੇ ਗੁਰੂ ਦੀ ਬਾਣੀ ਨਾਲ ਪਿਆਰ ਹੋ ਸਕੇ। ਸੋ ਇਸ ਦੇ ਨਾਲ ਨਾਲ ਕਹਿੰਦੇ ਹਨ ਕਿ ਗੁਰੂ ਜੀ ਨੇ ਜਿਹੜਾ, ਗੁਰੂ ਨਾਨਕ ਦੇਵ ਜੀ ਨੇ, ਸੱਚੇ ਪਾਤਸ਼ਾਹ ਨੇ 20 ਰੁਪਏ ਦਾ ਸੱਚਾ ਸੌਦਾ ਲੰਗਰ ਚਲਾਇਆ ਸੀ। ਇਹ ਭਾਈ ਲਹਿਣਾ ਜੀ ਉਹਨਾਂ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਇਹ ਖੇਤੀ ਕਰਕੇ, ਆਪ ਖੇਤੀ ਕਰਦੇ ਸਨ ਲਗਾਤਾਰ, ਇਹ ਲਗਾਤਾਰ ਦਿਨ ਰਾਤ ਗੁਰੂ ਨੇ ਲੰਗਰ ਚਲਾਇਆ। ਸੋ ਇਸ ਨਾਲ ਕਹਿੰਦੇ ਹਨ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨ ਆਵੀ ਖੱਟੀ ਹੈ, ਖਰਚੇ ਦਿੱਤ ਖਸਮ ਦੀ ਆਪ ਖੈਂਦੀ ਖੈਰ ਦਬਟੀਏ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ, ਤੁਰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਕਹਿੰਦੇ ਹਨ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਸੋ ਬਸ ਇਹੀ ਗੁਰੂ ਤੋਂ ਮੰਗਣਾ ਹੈ ਕਿ ਸੱਚੇ ਪਾਤਸ਼ਾਹ ਤੇਰੇ ਦਰਸ਼ਨਾਂ ਦੀ ਤਾਂਘ ਸਾਡੇ ਦਿਲ ਵਿੱਚ ਵੀ ਆਵੇ, ਅਸੀਂ ਤੁਹਾਨੂੰ ਤੁਹਾਡੇ ਦਰਸ਼ਨਾਂ ਦੀ ਤਾਂਘ ਦੇਖ ਦੇਖ ਕੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਬਸ ਇਹੀ ਆਪਾਂ ਅਰਦਾਸ ਕਰਨੀ ਹੈ ਸਾਰਿਆਂ ਨੇ। ਹਾਂਜੀ ਭਾਜੀ। ਵਾਹ ਜੀ ਵਾਹ, ਇਹ ਜੋ ਲਾਈਨਾਂ ਭੈਣ ਜੀ ਨੇ ਬੋਲੀਆਂ, ਮੈਂ ਥੋੜਾ ਜਿਹਾ ਇਹਨਾਂ ਨੂੰ ਹੋਰ ਡਿਟੇਲ ਕਰਦਾ। ਗੁਰੂ ਘਰ ਦੇ ਰਬਾਬੀ ਭਾਈ ਰਾਏ ਬਲਵੰਡ ਅਤੇ ਭਾਈ ਸੱਤਾ ਜੀ, ਜੋ ਹਜ਼ੂਰੀ ਰਬਾਬੀ ਸਨ, ਹਜ਼ੂਰੀ ਰਾਗੀ ਸਨ, ਉਹਨਾਂ ਨੇ ਰਾਮਕਲੀ ਦੀ 3 ਵਾਰ ਵਿੱਚ ਗੁਰੂ ਅੰਗਦ ਦੇਵ ਜੀ ਦੇ ਬਾਰੇ ਵਿੱਚ ਬਹੁਤ ਸੋਹਣਾ ਲਿਖਿਆ ਹੈ। ਗੁਰੂ ਅੰਗਦ ਦੇਵ ਜੀ ਦੇ ਬਾਰੇ ਵਿੱਚ ਗੁਰੂ ਕੇ ਰਬਾਬੀ ਕੀ ਕਹਿੰਦੇ ਹਨ, ਮੈਂ ਥੋੜਾ ਜਿਹਾ ਅਗਲੇ 5-7 ਮਿੰਟਾਂ ਵਿੱਚ ਤੁਹਾਨੂੰ ਬਰੀਫਲੀ ਦੱਸਾਂਗਾ। ਕਹਿੰਦੇ ਹਨ, ਲਹਿਣੇ ਧਰਿਓ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵੰਦੇ, ਯਾਨੀ ਗੁਰੂ ਨਾਨਕ ਨੇ ਪਾਤਸ਼ਾਹੀ ਤਾਜ ਅੰਗਦ ਦੇ ਸੀਸ ਤੇ ਟਿਕਾਇਆ, ਜਿਸ ਨੇ ਪਰਮਾਤਮਾ ਦੀ ਕੀਰਤੀ ਗਾਇਨ ਕਰਕੇ ਅੰਮ੍ਰਿਤਪਾਨ ਕੀਤਾ। ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਈ ਜੀਆਂ ਦੇ, ਗੁਰੂ ਨਾਨਕ ਨੇ ਜ਼ਿੰਦਗੀ ਨੂੰ ਰੋਸ਼ਨ ਕਰਨ ਵਾਲੀ ਆਪਣੇ ਉਪਦੇਸ਼ ਦੀ ਪਰਮ ਤਾਕਤਵਰ ਤਲਵਾਰ ਨੂੰ ਲਹਿਣੇ ਦੇ ਹਿਰਦੇ ਅੰਦਰ ਟਿਕਾ ਦਿੱਤਾ। ਗੁਰ ਚੇਲੇ ਰਹਿਰਾ ਸਕੀ ਨਾਨਕ ਸਲਾਮਤ ਥੀ ਵਦਾ, ਗੁਰੂ ਨਾਨਕ ਨੇ ਜਿਉਂਦੇ ਜੀ ਆਪਣੇ ਮੁਰੀਦ ਅੰਗਦ ਨੂੰ ਪ੍ਰਣਾਮ ਕੀਤਾ। ਸਹਿ ਟਿੱਕਾ ਦਿੱਤੋ ਸਜੀਵ ਦਾ, ਗੁਰੂ ਨਾਨਕ ਦੇਵ ਜੀ ਨੇ ਜਿਉਂਦੇ ਜੀ ਹੀ ਗੁਰਿਆਈ ਦਾ ਤਿਲਕ ਅੰਗਦ ਨੂੰ ਦੇ ਦਿੱਤਾ। ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ ਹੈ, ਯਾਨੀ ਲਹਿਣੇ ਦੀ ਸੇਵਾ ਦੇ ਸਿਲੇ ਵਜੋਂ ਗੁਰੂ ਨਾਨਕ ਨੇ ਲਹਿਣੇ ਦੀ ਜਾਨਸ਼ੀਨੀ ਯਾਨੀ ਨੈਕਸਟ ਸਕਸੈਸਰ ਦੀ ਮੁਨਾਦੀ ਕਰਵਾ ਦਿੱਤੀ। ਝੁੱਲੈ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ, ਯਾਨੀ ਨਿਰੰਕਾਰੀ ਛਤਰ ਗੁਰੂ ਅੰਗਦ ਉੱਤੇ ਝੁੱਲਦਾ ਹੈ ਅਤੇ ਉਹ ਗੁਰੂ ਨਾਨਕ ਦੀ ਹੱਟੀ ਵਿੱਚ ਲਫ਼ਜ਼ ਹੱਟੀਐ ਲਿਖਿਆ ਗਿਆ ਹੈ, ਮਤਲਬ ਹੈ ਉਹਨਾਂ ਦੇ ਰਾਜ ਸਿੰਘਾਸਣ ਦੇ ਉੱਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਬੈਠਦੇ ਹਨ। ਗੁਰੂ ਅੰਗਦ ਦੇਵ ਜੀ ਦੀ ਸ਼ਾਨ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਬਾਬੀਆਂ ਤੋਂ ਇਲਾਵਾ
ਗੁਰੂ ਕੇ ਕਵੀ, ਗੁਰੂ ਸਾਹਿਬ ਦੇ ਹਜ਼ੂਰੀ ਕਵੀ, ਗੁਰੂ ਸਾਹਿਬ ਦੇ ਦਰਬਾਰੀ ਸ਼ਾਇਰ ਬਾਬਾ ਕਲ ਸਹਾਰ ਭੱਟ ਜੀ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1391 ਤੇ ਗੁਰੂ ਅੰਗਦ ਦੇਵ ਜੀ ਦੀ ਅਲੌਕਿਕ ਸ਼ਾਨ ਬਾਰੇ ਲਿਖਦੇ ਹਨ। ਸਤਿਗੁਰ ਕਲ, ਸਤਿਗੁਰ ਤਿਲਕ, ਸਤ ਲਾਗੈ ਸੋ ਪੈ ਤਰਾ, ਯਾਨੀ हे ਗੁਰੂ ਅੰਗਦ ਦੇਵ ਜੀ, ਤੁਸੀਂ ਕਲਯੁਗ ਦੇ ਸੱਚੇ ਗੁਰੂ ਹੋ। ਜੋ ਵੀ ਤੁਹਾਡੇ ਨਾਲ ਜੁੜ ਜਾਂਦਾ ਹੈ ਉਹ ਪਾਰ ਉਤਰ ਜਾਂਦਾ ਹੈ। ਗੁਰ ਜਗਤ ਫੇਰਨ ਸ਼ਿਹੀ ਅੰਗਰਾਓ, ਰਾਜ ਜੋਗ ਲਹਿਣਾ ਕਰੈ, ਯਾਨੀ ਭਾਈ ਫੇਰੂ ਦਾ ਸ਼ੇਰ ਵਰਗਾ ਪੁੱਤਰ ਲੈਣਾ ਆਜ ਅਤੇ ਯੋਗ ਦੀਆਂ ਸ਼ਕਤੀਆਂ ਮਾਣਦਾ ਹੈ। ਗੁਰਗਮ ਪ੍ਰਮਾਣ ਤੈ ਪਾਇਓ, ਸਤ ਸੰਤੋਖ ਗ੍ਰਹਜ ਲਿਓ, ਯਾਨੀ ਤੁਸੀਂ ਪ੍ਰਮਾਣਿਕ ਗੁਰਾਂ ਦਾ ਦਰਜਾ ਪ੍ਰਾਪਤ ਕਰ ਲਿਆ ਹੈ। ਪ੍ਰਮਾਣਿਕ, ਆਥੈਂਟਿਕ, ਅਤੇ ਸੱਚ ਅਤੇ ਸੰਤੋਖ ਵੀ ਪ੍ਰਾਪਤ ਕਰ ਲਏ ਹਨ। ਹਰ ਪਰਸਿਓ ਕਲ ਸਮੁੱਲਵੈ, ਜਨ ਦਰਸ਼ਨ ਲਹਿਣੇ ਭਇਓ, ਯਾਨੀ ਕਲ ਸਹਾਰ ਭੱਟ ਪੁਕਾਰ ਕੇ ਆਖਦਾ ਹੈ ਕਿ ਜਿਸ ਨੂੰ ਲਹਿਣਾ ਜੀ ਦਾ ਦੀਦਾਰ ਪ੍ਰਾਪਤ ਹੋ ਜਾਂਦਾ ਹੈ ਉਹ ਆਪਣੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਪਿਆਰੇ ਦਰਸ਼ਕੋ, ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸਿੱਖ ਇਤਿਹਾਸ ਨੇ ਮੈਨੂੰ 3 ਗੱਲਾਂ ਦੱਸੀਆਂ ਹਨ। ਸਭ ਤੋਂ ਪਹਿਲੀ, ਸਿੱਖ ਬੀਬੀ ਕੌਣ ਹੈ ਜਿਸ ਨੂੰ ਇਹ ਮਾਣ ਪ੍ਰਾਪਤ ਹੈ ਕਿ ਉਹ ਸਿੱਖ ਧਰਮ ਦੀ ਸਭ ਤੋਂ ਪਹਿਲੀ ਔਰਤ ਹੈ। ਉਹ ਹੈ ਬੇਬੇ ਨਾਨਕੀ ਜੀ, ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ। ਸਭ ਤੋਂ ਪਹਿਲੀ ਗੁਰੂ ਕੇ ਲੰਗਰ ਦੀ ਇੰਚਾਰਜ ਕੌਣ ਹੈ ਜਿਸ ਨੇ ਔਰਤ ਜ਼ਾਤ ਦੇ ਨਾਂ ਨੂੰ ਉੱਚਾ ਕੀਤਾ? ਉਹ ਹੈ ਮਾਤਾ ਖੀਵੀ ਜੀ, ਗੁਰੂ ਅੰਗਦ ਦੇਵ ਜੀ ਦੀ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਉਹਨਾਂ ਦੀ ਧਰਮ ਪਤਨੀ ਨੇ ਲੰਗਰ ਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਇੰਚਾਰਜ ਬਣਾਇਆ ਤੇ ਉਹਦੀ ਬਦੌਲਤ ਹੈ ਕਿ ਅੱਜ ਬੀਬੀ ਸੁਰਿੰਦਰ ਕੌਰ ਗਿੱਲ ਵਰਗੀਆਂ ਸਾਡੀਆਂ ਮਾਵਾਂ, ਭੈਣਾਂ, ਧੀਆਂ ਲੰਗਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਤੇ ਤੀਸਰੀ ਗੱਲ ਮੈਨੂੰ ਸਿੱਖ ਇਤਿਹਾਸ ਨੇ ਦੱਸੀ ਕਿ ਸਭ ਤੋਂ ਪਹਿਲੀ ਸਿੱਖ ਪ੍ਰਚਾਰਕ ਕੌਣ ਹੈ? ਤਾਂ ਉਹ ਹੈ ਬੀਬੀ ਅਮਰੋ ਜੀ। ਬੀਬੀ ਅਮਰੋ ਜੀ ਕੌਣ ਸੀ? ਉਹ ਸੀ ਦੂਸਰੇ ਗੁਰੂ ਅੰਗਦ ਦੇਵ ਜੀ ਦੀ ਬੇਟੀ। ਉਹ ਪਾਠ ਕਰ ਰਹੇ ਸਨ ਬੀਬੀ ਅਮਰੋ ਜੀ, ਅਤੇ ਉਹਨਾਂ ਦੇ ਪਤਿਆਵਰਾ ਯਾਨੀ ਕਿ ਸਹੁਰਾ ਜੀ ਦੇ ਵੱਡੇ ਭਰਾ ਸ਼੍ਰੀ ਅਮਰਦਾਸ ਜੀ ਨੇ ਜਦੋਂ ਇਹ ਬਾਣੀ ਸੁਣੀ, ਭਾਇਆ ਮਨੂਰ ਕੰਚਨ ਫਿਰ ਹੋਵੈ, ਤਾਂ ਪੁੱਛਿਆ ਆਪਣੇ ਭਰਾ ਦੀ ਬਹੂ ਨੂੰ, ਭਰਾ ਦੀ ਨੂੰਹ ਨੂੰ ਪੁੱਛਿਆ, ਬੀਬੀ ਅਮਰੋ ਇਹ ਕਿਹਦੀ ਬਾਣੀ ਪੜ੍ਹ ਰਹੀ ਹੈ? ਮੇਰੇ ਤਾਂ ਮਨ ਨੂੰ ਠੰਡ ਪੈ ਗਈ ਹੈ ਬਾਣੀ ਸੁਣ ਕੇ। ਤਾਂ ਫਿਰ ਉਹਨੇ ਕਿਹਾ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਜਿਨ੍ਹਾਂ ਦੀ ਗੱਦੀ ਤੇ ਅੱਜ ਕੱਲ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਿਰਾਜਮਾਨ ਹਨ। ਤਾਂ ਫਿਰ ਬੀਬੀ ਅਮਰੋ ਹੀ ਸ਼੍ਰੀ ਅਮਰਦਾਸ ਜੀ ਨੂੰ ਲੈ ਕੇ ਤੁਰ ਕੇ ਗਏ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ, ਔਰ ਫਿਰ ਸ੍ਰੀ ਅਮਰਦਾਸ ਜੋ ਸੇਵਾਦਾਰ ਬਣੇ ਪਹਿਲਾਂ, ਔਰ ਬਾਅਦ ਵਿੱਚ 12 ਸਾਲ ਸੇਵਾ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਫਿਰ ਉਹ ਤੀਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਬਣ ਗਏ। ਸੋ ਘੜੀ ਨੇ ਇਸ਼ਾਰਾ ਕੀਤਾ ਹੈ ਕਿ ਸਮਾਂ ਸਾਡਾ ਸੰਪੂਰਨ ਹੈ, ਔਰ ਅਸੀਂ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਇੱਕ ਵਾਰੀ ਫਿਰ ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅਤੇ ਕਰੋੜ ਕਰੋੜ ਮੁਬਾਰਕਾਂ। ਸੇਵਾ ਨਿਭਾਉਂਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਧੰਨਵਾਦ ਬੀਬੀ ਸੁਰਿੰਦਰ ਕੌਰ ਗਿੱਲ ਹੋਰਾਂ ਦਾ, ਔਰ ਧੰਨਵਾਦ ਸੁਣੇ ਵੀਰ ਸ਼੍ਰੀ ਕੁਮਾਰ ਕਾਰਤਿਕ ਸਾਹਿਬ ਦਾ, ਜਿਹੜੇ ਹਮੇਸ਼ਾ ਟੈਕਨੀਕਲ ਟੀਮ ਵੱਲੋਂ ਸੇਵਾ ਨਿਭਾਉਂਦੇ ਹਨ। ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹਾਂ। ਜੇ ਤੁਸੀਂ ਕੁਝ ਕਹਿਣਾ ਹੋਵੇ ਤਾਂ ਤੁਸੀਂ YouTube ਤੇ ਬਰਿੰਦਰ ਸਿੰਘ ਜ਼ਖਮੀ ਨੂੰ ਮੈਸੇਜ ਭੇਜ ਸਕਦੇ ਹੋ, ਜਾਂ ਫਿਰ ਈਮੇਲ brinder_singh_7@hotmail.co.uk ਤੇ ਤੁਸੀਂ ਕੋਈ ਵੀ ਆਪਣਾ ਮੈਸੇਜ ਛੱਡ ਕੇ ਸਾਨੂੰ ਸੁਝਾਅ ਦੇ ਸਕਦੇ ਹੋ, ਕੋਈ ਸਬਜੈਕਟ ਬਾਰੇ ਦੱਸ ਸਕਦੇ ਹੋ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।